ਧੰਨ ਵਾਹਿ ਗੁਰੂ ਧੰਨ ਵਾਹਿ ਗੁਰੂ ਸਾਹਿਬ ਜੀਓ अब मैं कौन उपाय करूं जेह विद मन को संसा चूकै भाव निध पार परों जन्म पाए कछ फलो न कीनो ताते अधिक डरों जन्म पाए कछ फलो न कीनो ताते अधिक डरों मन बच क्रम हर गुण नहीं गाए यह जी सोच तरों गुरमत सुन कछ ज्ञान न उपजियो पश ज्यों उदर भरों कहो नानक प्रभ बिरद पछानो तब हों पतित तरों दंडोत बंधन अनेक बार सर्व कला समरथ दंडोत बंधन अनेक बार सर्व कला समरथ डोलन ते राखो प्रभु नानक दे कर हाथ परम सम्मान योग सतगुरु गुरु तेग बहादुर महाराज जी दी शहादत दी सिमरती अंदर अकाल पुरख वाहिगुरु जी दी बख्शिश गुरु तेग बहादुर सतगुरु जी दी आसीस आप संगत जे भरपूर सहयोग दे नाल सतगुरु दे दर घर दे कीर्तनीए सन्मान योग भाई सुरिंदर सिंह जी हर साल गुरु तेग बहादुर जी का शहादत दिवस गुरु तेग बहादुर जी नाल गल्लां करके मनाते। शब्द फिर ध्यान नाल सुनियो। दुनिया दे अनेकां धर्म ग्रंथ ने सारे परम शक्ति की गल करते हैं पर गुरु ग्रंथ साहिब का शब्द उस परम पिता परमात्मा नाल गल्लां करदा है। गुरु तेग बहादुर जी नाल गल करनी बचन करने वो है गुरु तेग बहादुर जी की बाणी पढ़नी।
ਬਾਣੀ ਗਾਇਨ ਕਰਨੀ। ਹਰ ਸਾਲ ਦਾਸ ਕਈ ਸਾਲਾਂ ਤੋਂ ਆਪ ਜੀ ਦੇ ਦਰਸ਼ਨ ਕਰ ਰਹੇ। ਕਦੀ ਇਹ ਇਕੱਠ ਬਿਲਕੁਲ ਸੀਮਤ ਸੀ, ਅੱਜ ਮਾਲਕ ਦੀ ਇੰਨੀ ਬਖਸ਼ਿਸ਼ ਹੋਈ, ਇਹ ਜੋੜ ਮੇਲਾ ਬਣ ਗਿਆ। ਇਹ ਮੇਲਾ ਨਹੀਂ ਬਣਿਆ। ਮੇਲੇ ਵਿੱਚ ਲੋਕ ਆਉਂਦੇ ਨੇ, ਚਲੋ ਲੰਗਰ ਛਕਿਆ, ਦੇਖਿਆ ਕੌਣ ਆਇਆ ਕੌਣ ਗਿਆ, ਤੇ ਜਿਹੜਾ ਮੇਲਾ ਜੋੜ ਬਣ ਜਾਏ, ਜੋੜ ਦਾ ਅਰਥ ਹੈ ਮਿਲਾਪ ਦਾ ਸਾਧਨ ਬਣ ਜਾਏ, ਸੱਚ ਇਹ ਵੇ ਉਹ ਮੇਲ ਵੀ ਪ੍ਰਵਾਨ ਹੋ ਜਾਂਦਾ। ਸਤਿਗੁਰੂ ਨੇ ਤਾਂ ਹੀ ਬਾਣੀ ਵਿੱਚ ਬਚਨ ਕੀਤਾ ਕਿ ਸੇ ਸੰਜੋਗ ਕਰੋ ਮੇਰੇ ਪਿਆਰੇ। ਮਿਲਦੇ ਤਾਂ ਆਪਾਂ ਸਾਰੇ ਹਾਂ, ਸੰਜੋਗ ਦਾ ਅਰਥ ਹੈ ਮਿਲਾਪ। ਮਿਲਦੇ ਸਾਰੇ ਹਾਂ, ਪਰ ਇਹੋ ਜਿਹਾ ਮਿਲਾਪ ਕਰੋ ਜਿਸ ਮਿਲਾਪ ਵਿੱਚੋਂ ਪਰਮਾਤਮਾ ਦੀ ਯਾਦ ਆਏ। ਇਹ ਮਿਲਾਪ ਗੁਰੂ ਤੇਗ ਬਹਾਦਰ ਜੀ ਦੀ ਯਾਦ ਹੈ। ਸੇ ਸੰਜੋਗ ਕਰੋ ਮੇਰੇ ਪਿਆਰੇ, ਜਿਤ ਰਸਨਾ ਖਰ ਨਾਮ ਉਚਾਰੇ। ਸਾਧ ਸੰਗਤ, ਆਪ ਜੀ ਨੇ ਸੱਚੀ ਸਰਕਾਰ ਦਾਤਾਰ, ਸਾਰੀਆਂ ਥਾਵਾਂ ਦੇ ਮਦਦਗਾਰ, ਡਿੱਗਿਆਂ ਦੀ ਬਾਂਹ ਪਕੜਨ ਵਾਲੇ, ਬਾਂਹ ਪਕੜ ਕੇ ਉਹਨਾਂ ਨੂੰ ਖੜੇ ਕਰਨ ਵਾਲੇ ਤੇ ਆਪਣਾ ਸੀਸ ਦੇਣ ਵਾਲੇ। ਗੁਰੂ ਤੇਗ ਬਹਾਦਰ ਜੀ ਦੇ ਅੰਮ੍ਰਿਤ ਬੋਲ ਆਪ ਜੀ ਕੀਰਤਨ ਵਿੱਚ ਸਰਵਣ ਕਰ ਰਹੇ ਸੀ। ਅੱਜ ਮੇਰੇ ਮਨ ਦੀ ਇੱਛਾ ਹੈ ਕਿ ਮੈਂ ਸਤਿਗੁਰੂ ਦੀ ਬਾਣੀ ਵਿੱਚੋਂ ਕੋਈ ਤੁਹਾਡੇ ਨਾਲ ਵਿਚਾਰ ਕਰਾਂ। ਭਾਵਾਂ ਕਿ ਹਰ ਸਾਲ ਸ਼ਹਾਦਤ ਦਾ ਜ਼ਿਕਰ ਅਸੀਂ ਕਰਨੇ, ਸੰਖੇਪ ਅੱਜ ਵੀ ਕਰਾਂਗਾ, ਪਰ ਮੇਰਾ ਵੀ ਫਰਜ਼ ਹੈ ਕਿ ਮੈਂ ਹੋਰ ਗੁਰਬਾਣੀ ਦੀ ਵਿਚਾਰ ਆਪ ਨਾਲ ਗਹਿਰਾਈ ਵਿੱਚ ਕਰ ਸਕਾਂ। ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ। ਵਕਤ ਮੈਂ ਆਪ ਜੀ ਦਾ ਜ਼ਿਆਦਾ ਨਹੀਂ ਲਾਂਗਾ, ਤੁਸੀਂ ਇਕਾਗਰਤਾ ਬਖਸ਼ੋ। ਗੁਰੂ ਬਖਸ਼ੀ ਫਤਿਹ ਸਵੀਕਾਰ ਕਰਨਾ। ਇੱਕ ਬੇਨਤੀ ਕਰਾਂਗਾ, ਜੇ ਗੁਟਕੇ ਕਹਿਣ ਕਿਰਪਾ ਕਰਕੇ ਉਹਨੂੰ ਇੱਕ ਜਗ੍ਹਾ ਉੱਤੇ ਰੱਖ ਦਿਆ ਜੇ। ਮੈਂ ਉੱਤਾ ਬੈਠਾ ਵਾਂ ਤੇ ਗੁਟਕਾ ਥੱਲੇ ਹੱਥ ਵਿੱਚ ਨਹੀਂ ਹੋਣਾ ਚਾਹੀਦਾ। ਜਦੋਂ ਭਾਈ ਸਾਹਿਬ ਕੀਰਤਨ ਕਰ ਰਹੇ ਸਨ ਉਹ ਬੜੀ ਚੰਗੀ ਗੱਲ, ਪਰ ਥੱਲੇ ਨਹੀਂ। ਇੱਕ ਹੋਰ ਬੇਨਤੀ ਕਰਾਂ, ਕਦੀ ਵੀ ਸਟੇਜ ਉੱਤੇ ਇਹਨੂੰ ਇਹ ਨਾ ਸਮਝੋ ਭਾਈ ਸਾਹਿਬ ਬੈਠੇ ਸਾਰ ਦਲੀਲਾਂ ਦੇਣ ਲੱਗ ਪਏ। ਜਦੋਂ ਅਸੀਂ ਕੀਰਤਨ ਕਰਨੇ ਆ ਤੇ ਥੱਲੇ ਕਈ ਵਾਰੀ ਫੁੱਲਾਂ ਨਾਲ ਮੂਲ ਮੰਤਰ ਲਿਖਿਆ ਹੁੰਦਾ, ਸਤਿਗੁਰੂ ਦਾ ਨਾਮ ਲਿਖਿਆ ਹੁੰਦਾ। ਨਹੀਂ ਪਿਆਰਿਓ, ਅਸੀਂ ਉੱਚੇ ਖਾਂ ਤੇ ਅੱਖਰ ਨੀਵੇਂ, ਸ਼ਬਦ ਨੀਵਾਂ ਹੋ ਜਾਂਦਾ। ਇਹਨੂੰ ਯਤਨ ਕਰੋ, ਸਜਾਵਟ ਜਿਤਨੀ ਮਰਜ਼ੀ ਕਰੋ। ਅੱਖਰ ਭਾਵੇਂ ਪੈਨਸਲ ਨਾਲ ਲਿਖੋ, ਅੱਖਰ ਭਾਵੇਂ ਪੈਨ ਨਾਲ ਲਿਖੋ, ਪਰ ਚੇਤੇ ਰੱਖੋ ਸ਼ਬਦ ਹੀ ਸਾਡਾ ਗੁਰੂ ਹੈ, ਉਹਦਾ ਸਨਮਾਨ ਕਰਨਾ ਅਤ ਜ਼ਰੂਰੀ। ਕਰੋ ਕਿਰਪਾ, ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਅਨੁਸਾਰ ਮੌਤ ਦੇ ਮੁਤਲਕ ਦਾਤਾਰ ਨੇ ਬਹੁਤ ਬਚਨ ਉਚਾਰਨ ਕੀਤੇ, ਤੇ ਖਾਸ ਕਰਕੇ ਭਗਤ ਕਬੀਰ ਸਾਹਿਬ ਜੀ ਦੇ ਗੁਰੂ ਗ੍ਰੰਥ ਸਾਹਿਬ ਵਿੱਚ 2 ਸ਼ਲੋਕ ਨੇ। ਉਹਨਾਂ ਦਾ ਪਾਠ ਭੇਦ ਹੈ ਪਰ ਅਰਥ ਭੇਦ ਨਹੀਂ। ਉਹਨਾਂ ਸ਼ਲੋਕਾਂ ਵਿੱਚ ਉਹਨਾਂ ਨੇ ਇੱਕੋ ਗੱਲ ਸਮਝਾਈ ਹੈ ਕਿ ਜਿਸ ਦਿਨ ਦੀ ਸ੍ਰਿਸ਼ਟੀ ਬਣੀ, ਇਨਸਾਨ ਦਾ ਵਜੂਦ ਕਾਇਮ ਹੋਇਆ, ਉਸ ਦਿਨ ਤੋਂ ਸੰਸਾਰ ਮਰ ਗਿਆ। ਲੋਕਾਂ ਨੂੰ ਮੌਤ ਆ ਰਹੀ ਹੈ, ਪਰ ਯੁੱਗ ਹੋ ਗਏ ਲੋਕਾਂ ਨੂੰ ਮਰਦਿਆਂ। ਅੱਜ ਤੱਕ ਇੰਨੀਆਂ ਮੌਤਾਂ ਹੋਈਆਂ, ਪਰ ਕਬੀਰ ਸਾਹਿਬ ਕਹਿੰਦੇ ਨੇ ਅਜੇ ਤੱਕ ਕਿਸੇ ਨੂੰ ਮਰਨ ਦੀ ਜਾਚ ਹੀ ਨਾ ਆਈ। ਮੈਂ ਬਸ ਉਹਨਾਂ ਨੂੰ ਯਾਦ ਕਰਨਾ ਜਿਹੜੇ ਮਰਨ ਦੀ ਜਾਚ ਸਿਖਾ ਕੇ ਗਏ। ਤੇ ਕਈ ਵਾਰੀ ਹੈਰਾਨਗੀ ਮਨ ਚ ਹੁੰਦੀ ਹੈ ਕਿ ਜੀਵਨ ਜੀਣ ਦੀ ਤਾਂ ਜਾਂਚ ਹੈ ਤੇ ਮਰਨ ਦੀ ਵੀ ਜਾਂਚ ਹੁੰਦੀ ਹੈ, ਪਰ ਸਤਿਗੁਰੂ ਨੇ ਬਾਣੀ 'ਚ ਬਚਨ ਕਹੇ ਕਿ ਅੱਜ ਤੱਕ ਇੰਨੇ ਲੋਕ, ਇੰਨਾ ਸੰਸਾਰ ਮਰਿਆ, ਪਰ ਮਰਨ ਦੀ ਜਾਂਚ ਨਾ ਆਈ।
ते नाल एक रमज पा दिती उन्हें कि जेड़ा ये मौत मरेगा ਉਹਨੂੰ ਦੁਬਾਰਾ कदी मरना नहीं पएगा। वो श्लोक तुसी समझ गए हो कि कबीर मरता मरता जग मुवा, ये सच्चाई है। संसार मर रहा है, मरता मरता जग मुवा, मर भी मर पे, पाठ भेद के अर्थ इको ही। मर भी ना जानिया जाने, ऐसे मरने ऐसी मरनी। कबीर मरता मरता जग मुआ, मर भी ना जानिया कोई, ऐसी मरनी जो मरै बौर ना मरना कोई। वो कैसी मरनी है? बौर दा अर्थ है दोबारा फिर। जेड़ा ये मौत मरेगा ਉਹਨੂੰ ਦੁਬਾਰਾ कदी नहीं मरना पैंदा। हुण जदों ऐसी शब्द वरतिया ते वो विच एक रमज रग है। वो कैसी? देखो जदों आप कीर्तन करते हो, कई बारी सोचना मैं पिछे ये प्रकरण अज नवा अर्ज करके मेरी इच्छा सी कि मैं आप संगत नूं ये संथ्या दोबारा सुना सका। हुण असी कीर्तन करने, पाठ करने, ते गुरु ग्रंथ साहिब की बाणी नूं जदों शरदा नाल कोई पढ़दा है ना, ते ओहदे अनुभव विचों शब्दां दे अर्थ पैदा हुंदे। ये सच है। मेरा ख्याल कि ओनू इन्ने टीकियां की जरूरत नहीं पैंदी। जिहड़ा शब्द दा अंदरों अभ्यास करेगा ओहदे अंतर आत्मे अपने आप ही अर्थ जन्म लैंदे ने। क्योंकि सारी बाणी जिहड़ी है ये ग्रंथ पढ़ के उचारण नहीं की गई, ये केवल शब्द नूं कमा के बाणी उचारण की गई। फिर मैं शब्द दोहरा दें कि बाणी किसी ग्रंथ का मुतालिया करके नहीं पढ़ी गई, उचारण की गई। अपने आप नूं जिन्ने पढ़ लिया, अपने गिरवान भी जिन्ने झाती मारी, ओहदे अंदरों फिर शब्द अखरां दे रूप विच प्रगट होए। गुरबाणी अपनियां रमजां आप कुंडियां खोलदी। जिवें असीं कई वारी पढ़ने आ, ऐसे गुर को बल बल जाइए, ते बाणी चो इस कीर्तन दा बड़े प्रमाण मिलणगे। ऐसे विचों शब्द जन्म लएगा। कैसे? ऐसे गुर को बल बल जाइए, ते कैसा गुरु? ओहदे उत्ते बहुत प्रमाण लग सकते। जिनी ऐसा हर नाम ना चेतियो, ते इहदे विचों शब्द पैदा होवेगा कैसा नाम। देखो फिर कीर्तन दा किन्ना कु रस बनदा, आप ही अर्थ हो जाने। जिनी ऐसा हर नाम कैसा नाम, ओहदे विच सारे नाम दी उपमा आ जाएगी। गोबिंद 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 संग नाम दियो मन लीना। इसे तरह बाणी विच आउंदा ऐसी प्रीत करो मन मेरे, ते मन च आवेगा कैसी प्रीत। ते फिर वो सारे शब्द विच आ जाणगे, चंद चकोर वाले, मच्छी पानी वाले, भवरे ते फुल वाले। मैं बेनती करा गुरबाणी विच हुण ऐसी जिहड़ा शब्द कहे ऐसी मरनी, एक सवाल पैदा कर दी है कैसी मरनी। ये तां कह दिता ऐसी मरनी। मैं बेनती करा जिन्नी कुछ समझ पई गुरु ग्रंथ साहिब दा पाठ करदे। गुरु ग्रंथ साहिब दे अंदर तीन तरह की मौत का जिक्र किया। ते दास कई बारी बेनती करदा कि गुरु ग्रंथ साहिब की बाणी विच तीन तरह की मौत है, ते तीन तरह की शादी विआह का जिक्र है। दोनों शब्द आपस में मिलणगे। पहला विआह है जिहड़ा ये मेल ते फीमेल के संबंध बन तो पहला धर्म विच साक्षी बनता है, जिन्हों असीं लावां कहने। कदी वक्त मिलिया ते मेरी इच्छा है कि लावां दी विचार खुल के भावें 15-20 दिन, महीना, 30-35 घंटे क्यों ना विचार हो, क्योंकि इन्ने समय तो बिना खुल के विचार नहीं हो सकते। लावां हुंदियां ने परिक्रमा करने, ते बहुत सज्जना नूं इस शब्द के अर्थ ही नहीं पते होने कि लाभ के अर्थ की। क्योंकि लावां सरलेख नहीं। जिवें गौड़ी सुखमनी महला पंजवां, सुखमनी सरलेख है। रामकली महला तीजा आनंद, आनंद सरलेख है। जिवें असीं पढ़ने हैं कि जप आद सच एक सरलेख है। इसे तरह जिहड़ा लाम है वह हैडिंग नहीं, सरलेख नहीं, सीधा शुरू हुंदा। सूई महला चौथा, हर पहलड़ी लाम प्रवृत्ति कर्म दृढ़ाया बलराम जी। वो लाम की है? असल च लाम शब्द संस्कृत दी लू धातु चो पैदा हुए, जिन्हां ने
शब्दां दे कोश पढ़े ने, क्योंकि हर शब्द की बरतर की कोई ना कोई जड़ है। लाम शब्द संस्कृत की लू धातु चो पैदा होए, एदा अर्थ है कटना, तोड़ देना। ये इस तरह है कि जिदे जीवन विच लावां दी अवस्था वापरेगी वो संसार दे मोह तो टुटेगा ते सच एवे कि परमात्मा वाले पासे जुड़े। यही कारण एक लाम विच गुरुदेव ने बचन कीता कि खर तीजड़ी लाम मन चाओ भया बैरागियां बलराम जी। प्रकरण विच रह के मैं बेनती करांगा जो शब्द अर्ज कर, एक चाओ ते दूजा बैरागियां। ये क्यों? जिथे बैराग होवे उत्थे चाह किवें, ते जिथे चाह होवे उत्थे बैराग किवें? इत्थे शब्द है कि तीजा पड़ां है कि बैरागियां दे मन विच चाह आ गया ते विआह विच दो गल्लां वापरदियां ने। बेटी नूं अपने हत्थी घर लभणे आ ते खुशी नाल ओदा विआह वाला दिन मुकर्रर करने आ, किन्ने चाह विच शॉपिंग करने आ। पर जिस धी लई इन्ने चाह नाल काज रचाया, जदों डोली च बैठन लग पैंदी है सारे रोण लग पैंदे। चाह ते बैराग दोनों ने। चाह है कि धीए अपने घर चलीए, अखां तां भर आईयां ने कि अज तो बाद इस घर विच केवल एक अतिथि मेहमान ते प्रौहणी बन के आवेंगी। चाह ते बैराग दोनों इकट्ठे कर दिते, दोवें अवस्था। मैं बेनती करांगा, लू धातु चो पैदा होया शब्द ला, इहदा अर्थ है कटना, कि संसार तो रिश्ता टुट रहा है ते निरंकार वाल जुड़ रहा है। इहदे संसारी अर्थ करांगे कि जिस घर विच बेटी दा जन्म होया, पली वड्डी कोई, इस घर नालों अज रिश्ता ਉਹ नहीं है, मिलाप है, एक दूजे दे दर्द नूं समझांगे। पर इधरों अज टुटेगी, साई नाल जुड़ेगी। ते जदों एक वारी पति दा प्यार मान लिया, सच एवे फिर उस दे घर तो बिना इस घर विच जी भी नहीं लगदा। इधरों टुट के मैं एक शब्द वरतना हुन्ना, अटैचमेंट डिटैचमेंट। उधर जुड़ गई, इधरों टुट गई। बस आई जे रब दी खेड़, जिहड़ा उधरों जुड़ गया वो दुनिया दे रस तो अपने आप ही टुट जांदा। फिर बेनती कर, दूजा लाभ दा अर्थ पंजाबी विच है रस्सा, लज। रस्से दे दो सिरे ने, एक सिरा संसार वाले पासे है, एक सिरा निरंकार वाले पासे है। लज दा काम है कि दो सिरियां नूं आपस विच जोड़ रही, ते लाभ दा अर्थ है कि प्रवृत्ति कर्म विच आया होया सिख गृहस्थ दे फर्ज निभांदा है। ते अमृत वेले जदों गुरु गुरु जपदा है, सच एवे लाम वाला निरंकार नाल जुड़िया हुंदा। परिवार ते निरंकार, संसार ते निरंकार दोनां नाल जिहड़ा जुड़िया है। फिर मैं एक होर बेनती कर दी, मैं कहना गुरु तेग बहादुर साहब वर्गा गृहस्थी भी कोई। एक बार मैं इत्थे अर्ज कीती सी, मैनूं याद है बहुत साल पहला। गृहस्थी दा अर्थ अज समाज ने की बना दिता है। एक गृहस्थी का अर्थ बन गया केवल वासना की पूर्ति। मैं शब्द बड़े सीधे वरता, इनू महसूस ना करियो। गृहस्थी का अर्थ केवल काम वासना की पूर्ति गुरु कर नहीं। एक ओ लोग ने जेड़े गृहस्थ नू वासना जान के मानते ने, एक ओ लोग ने जेड़े गृहस्थ तो नफरत करते ने। गुरु ने क्या सैल्फ कंट्रोल लई, सृष्टि के विकास लई गृहस्थ जरूरी है, पर शब्द की कमाई इन्नी करी कि मौत तो पहला पहला अपने गृहस्थ विच रहिंदा होया इंद्रियां ते काबू पा जाए, घर विच संत बन जाए, घर विच ब्रह्म ज्ञानी बन जाए। सतगुरु गुरु तेग बहादुर उन्हां जैसा गृहस्थी कोई होवेगा? मैं कई बारी मन च सोचना हुन्ना कि 40 साल तो वध समा हो जाता है। इनू होर थोड़ा जा देख लीए, अपने विआह होयां नूं, हजूर की शादी होयां नूं 3 दहाकियां तो वध समा हुंदा है। गृहस्थी तां गुरु तेग बहादुर भी ने, उन्हां दा गृहस्थ वासनावां दी पूर्ति नहीं, संतान दा जन्म हुंदा 30-32 साल विआह तो बाद। समझिए इस गल नूं, एवें नहीं सिर दिते जांदे। मात गुजरी बाहर बैठे ने, अंदर पति भगती पा करदे ते गुरु गोबिंद सिंह कहंदे ने, दुनिया दे लोगों मेरे मां बाप नूं समझो। अपनी रचना च कहंदे ने समझो, क्योंकि मेरे मां बाप की भगती तपस्या इन्नी सी, सिर्फ मैं आया उन्हां दी कुख्श वासना अधीन नहीं, किसे काज दे अधीन आया। मेरे मां बाप की इन्नी भगती सी
ਉਹਨਾਂ ਦਾ ਗ੍ਰਿਸ਼ਤ ਪ੍ਰਵਾਨ ਹੋਇਆ ਤੇ ਪਰਮਾਤਮਾ ਨੇ ਮੈਨੂੰ ਮਾਂ ਗੁਜਰੀ ਦੀ ਕੁੱਖ ਵਿੱਚ ਨਿਵਾਸ ਦੇ ਦਿੱਤਾ। ਤਾਤ ਮਾਤ ਮੁਰ ਅਲਖ ਆਰਾਧਾ, ਬਹੁਵਿਧ ਜੋਗ ਸਾਧਨਾ ਸਾਧਾ, ਤਿੰਨ ਜੋ ਕਰੀ ਅਲਾਕੀ ਸੇਵਾ, ਤਾਂ ਤੇ ਪੈ ਪ੍ਰਸੰਨ ਗੁਰਦੇਵਾ। ਹੁਣ ਇਹਨਾਂ ਤੁਕਾਂ ਵਿੱਚ ਮਾਂ ਬਾਪ ਦੀ ਭਗਤੀ, ਤਾਂ ਤੇ ਪੈ ਪ੍ਰਸੰਨ ਗੁਰਦੇਵਾ, ਤਿੰਨ ਪ੍ਰਭ ਜਬ ਆਈ ਸਮੋਇ ਦੀਆ, ਤਬ ਹਮ ਜਨਮ ਕਲੂ ਮੈਂ ਲਿਆ। ਪ੍ਰਕਰਨ ਵਿੱਚ ਆਵਾਂ, ਇੱਕ ਵਿਆਹ ਹੈ ਆ ਸੰਸਾਰਕ, ਮਰਦ ਤੇ ਇਸਤਰੀ, ਮੇਲ ਤੇ ਫੀਮੇਲ ਦਾ ਸੁਮੇਲ। ਪਰ ਮੈਂ ਅੱਜ ਬਹੁਤ ਖੇਦ ਨਾਲ ਕਹਿ ਰਿਹਾ, ਹਿੰਦੁਸਤਾਨ ਦੀ ਜਿਹੜੀ ਦਸ਼ਾ ਅੱਜ ਨਰਕ ਬਣ ਚੁੱਕੀ ਹੈ। ਸੱਚ ਇਹ ਵੇ ਕਿ ਬੰਦੇ ਦੇ ਅੰਦਰ ਦੀ ਵਾਸ਼ਨਾ ਇੰਨੇ ਵੱਡੇ ਪਾਪ ਹੀ ਕਰਾਂਦੀ ਏ, ਉਹਨਾਂ ਪਾਪਾਂ ਨੂੰ ਦੇਖ ਕੇ ਮਾਨਵਤਾ ਸਦੀਆਂ ਤੱਕ ਸ਼ਰਮਸਾਰ ਹੋ ਰਹੀ ਹੈ। ਹੁਣ ਇਹ ਸਾਰੀ ਕਾਰਨ ਕੀ ਹੈ? ਕਿਉਂ ਬੰਦੇ ਦਾ ਅੰਦਰ ਨਹੀਂ ਟਿਕ ਰਿਹਾ? ਕਿਉਂਕਿ ਇਸ ਸਬਜੈਕਟ ਤੇ ਬੋਲਣ ਲੱਗਿਆ ਸਾਨੂੰ ਬਹੁਤ ਸ਼ਬਦ ਸੰਕੋਚਣੇ ਪੈਂਦੇ ਨੇ, ਪਰ ਜਿੰਨੀ ਦੇਰ ਤੱਕ ਬਾਣੀ ਦੀ ਰੋਸ਼ਨੀ 'ਚ ਇਹਦੀ ਵਿਆਖਿਆ ਨਹੀਂ ਹੋਵੇਗੀ, ਸਮਝ ਨਹੀਂ ਪਏਗੀ। ਮੈਂ ਇੱਥੇ ਅਰਜ਼ ਕੀਤੀ ਸੀ, ਗੁਰੂ ਤੇਗ ਬਹਾਦਰ ਕਹਿੰਦੇ ਨੇ ਤੇਰਾ ਸ਼ਬਦ 'ਚ ਕਿਵੇਂ ਮਨ ਟਿਕੇਗਾ? ਤੇਰੇ ਪਾਪੀ ਹਿਰਦੇ ਦੇ ਵਿੱਚ ਤਾਂ ਕਾਮ ਟਿਕਿਆ ਹੋਇਆ। ਪਾਪੀ ਹੀ ਹੈ ਮੈਂ ਕਾਮ ਬਸਾਏ, ਮਨ ਚੰਚਲ ਜਾਤੇ ਗਹੁ ਨਾ ਜਾਏ। ਪਾਪੀ ਹਿਰਦੇ ਵਿੱਚ ਸ਼ਬਦ ਵਰਤਿਆ। ਪਹਿਲਾ ਹੈ ਵਿਆਹ ਦਾ ਅਰਥ ਕਿ ਦੋ ਸ਼ਰੀਰਾਂ ਦੇ ਸਮੇਲ ਤੋਂ ਪਹਿਲਾਂ ਤੇ ਗੁਰੂ ਗ੍ਰੰਥ ਸਾਹਿਬ, ਅਸੀਂ ਆਪਣੀ ਗੱਲ ਕਰੀਏ, ਇਹਦੀ ਪਰਿਕਰਮਾ ਹੋ ਰਹੀ ਹੈ 4 ਵਾਰੀ। ਕਿਉਂ ਪਰਿਕਰਮਾ ਕਰਨੀ ਆ ਜੀ? ਇਹਦੇ ਅਰਥ ਕੀ ਨੇ? ਤੇ ਸੱਜੇ ਹੱਥ ਰੱਖ ਕੇ ਪਰਿਕਰਮਾ ਕਿਉਂ ਕੀਤੀ ਜਾਂਦੀ? ਕਿਉਂ ਅਸੀਂ ਖੱਬੇ ਪਾਸੇ ਕਿਉਂ ਨਹੀਂ ਤੁਰਦੇ? ਕਿਉਂਕਿ ਆਪਣੇ ਤੋਂ ਵੱਡੇ ਨੂੰ ਅਦਬ ਦੇਣ ਲਈ ਸੱਜੇ ਪਾਸੇ ਰੱਖਿਆ ਜਾਂਦਾ। 4 ਪਰਿਕਰਮਾ ਤਾਂ ਕੀਤੀਆਂ ਜਾਂਦੀਆਂ ਨੇ। ਗੁਰੂ ਗ੍ਰੰਥ ਸਾਹਿਬ, ਅਸੀਂ ਸਾਡੇ ਮਾਪੇ ਸੰਗਤ 'ਚ ਬੈਠੇ ਨੇ, ਸਾਡੀ ਬਿਰਾਦਰੀ ਦੇ ਲੋਕ ਸੰਗਤ 'ਚ ਬੈਠੇ ਨੇ, ਇਹਨਾਂ ਸਾਰਿਆਂ ਦੇ ਸਾਹਮਣੇ ਤੈਨੂੰ ਗਵਾਹ ਬਣਾ ਕੇ ਅਸੀਂ ਲਾਵਾਂ ਲੈ ਰਹੇ ਹਾਂ। ਜਿੱਥੇ ਗੁਰੂ ਗਵਾਹ ਆ ਜਾਏ, ਅਸੀਂ ਇੱਕ ਦੂਜੇ ਦੇ ਜੀਵਨ ਸਾਥੀਆਂ, ਦੁੱਖ ਹੋਵੇ ਸੁੱਖ ਹੋਵੇ, ਅਸੀਂ ਇੱਕ ਦੂਜੇ ਦਾ ਸਾਥ ਜ਼ਰੂਰ ਨਿਭਾਵਾਂ। ਪਰਿਕਰਮਾ ਦਾ ਅਰਥ ਹੈ ਪਰਨ ਕਰਨਾ। ਗੁਰੂ ਨੂੰ ਗਵਾਹ ਬਣਾਇਆ ਕਿ ਸਤਿਗੁਰੂ ਅਸੀਂ ਪਿਤਾ ਦੀ ਪਰਿਕਰਮਾ ਨਹੀਂ ਕੀਤੀ, ਮਾਂ ਦੀ ਪਰਿਕਰਮਾ ਨਹੀਂ ਕੀਤੀ। ਚੇਤੇ ਰੱਖੋ, ਅਸੀਂ ਰਿਸ਼ਤੇਦਾਰ ਦੀ ਪਰਿਕਰਮਾ ਨਹੀਂ ਕੀਤੀ। ਗੁਰੂ ਦੀ ਪਰਿਕਰਮਾ ਦਾ ਮਤਲਬ ਹੈ ਬਾਕੀ ਜਿਤਨੇ ਨੇ ਸਭ ਨੇ ਚਲੇ ਜਾਣਾ ਹੈ, ਪਰ ਸਤਿਗੁਰੂ ਤੂੰ ਇਸ ਲੋਕ ਤੇ ਪਰਲੋਕ ਦਾ ਸਾਡਾ ਸਹਾਇਕ ਹੈ। ਅਸੀਂ ਤੈਨੂੰ ਪਰਨ ਜਾਣ ਕੇ ਵਿਚਕਾਰ ਖਿਲਾਰ ਕੇ ਅੱਜ ਇਸ ਮਰਿਆਦਾ ਨੂੰ ਨਿਭਾਉਣ ਲੱਗੇ। ਮੈਂ ਬੇਨਤੀ ਕਰਾਂ, ਇੱਕ ਵਿਆਹ ਹੈ ਕਿ ਇਹ ਸੰਸਾਰਕ, ਦੂਜਾ ਗੁਰੂ ਗ੍ਰੰਥ ਸਾਹਿਬ ਵਿੱਚ ਵਿਆਹ ਹੈ ਕਿ ਜਿੱਥੇ ਲਾੜਾ ਕੋਈ ਮਰਦ ਨਹੀਂ ਹੁੰਦਾ, ਉਹ ਸਭ ਦਾ ਵਿਆਹ ਹੋਣਾ। ਉੱਥੇ ਬੰਦੇ ਦੀ ਜਿੰਦ ਇਹ ਵਹੁਟੀ ਲਾੜੀ ਬਣਦੀ ਏ ਤੇ ਇਹਨੂੰ ਵਰਨ ਵਾਸਤੇ ਮੌਤ ਆਉਂਦੀ ਹੈ। ਉਸ ਦੂਜੇ ਵਿਆਹ ਦਾ ਜ਼ਿਕਰ ਹੈ ਕਿ ਜਿੰਦ ਵਹੁਟੀ ਮਰਨ ਵਾਰ ਲੈ ਜਾਸੀ ਪਰਨਾਏ ਬਾਬਾ ਫਰੀਦ ਜੀ। ਉਸ ਵਿਆਹ ਦਾ ਅਰਥ ਹੈ ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਦਿਓ ਸੱਜਣ ਆਸੀਸੜੀਆਂ ਜੋ ਹੋਵੇ ਸਾਹਿਬ ਸੋਮੇ। ਉਸ ਵਿਆਹ ਵਿੱਚ ਮੌਤ ਆਉਂਦੀ ਏ ਤੇ ਇਸ ਅੰਦਰ ਦੀ ਜਿੰਦ ਨੂੰ ਵਰ ਕੇ ਲੈ ਜਾਂਦੀ। ਤੀਸਰਾ ਵਿਆਹ ਹੈ ਜਿਹੜਾ ਕਰੋੜਾਂ ਵਿੱਚੋਂ ਕਿਸੇ ਇੱਕ ਅੱਧੇ ਦਾ ਹੁੰਦਾ। ਉਹ ਵਿਆਹ ਹੈ ਉੱਥੇ ਮੌਤ ਲਾੜਾ ਨਹੀਂ। ਚੇਤੇ ਰੱਖਿਓ, ਉੱਥੇ ਕੋਈ ਮਰਦ ਲਾੜਾ ਨਹੀਂ, ਉੱਥੇ ਪਰਮਾਤਮਾ ਲਾੜਾ ਬਣ ਕੇ ਆਉਂਦਾ ਹੈ ਤੇ ਜਿਉਂਦੇ ਜੀ ਜੀਵ ਆਤਮਾ ਨੂੰ ਆਪਣੇ ਵਿੱਚ ਅਪੇਧ ਕਰ ਲੈਂਦਾ। ਉਹਨੂੰ ਸਤਿਗੁਰੂ ਨੇ ਬਾਣੀ ਵਿੱਚ ਕਿਹਾ ਕਿ ਸੁਰ ਨਰ ਮੁਨ ਜਨ ਕੋਤਕ ਆਏ, ਕੋਟ 33 ਉਜਾਨਾ, ਉਹ ਕਬੀਰ ਮੋਏ ਵਿਆਹੇ ਚਲੇ ਖੈ ਪੁਰਖ ਇੱਕ ਭਗਵਾਨ। ਕਬੀਰ ਕਹਿੰਦੇ ਮੈਨੂੰ ਵਿਆਹ ਕੇ ਲੈ ਤੁਰੇ। ਉਸ ਵਿਆਹ ਨੂੰ ਗੁਰੂ ਰਾਮਦਾਸ ਨੇ ਕਿਹਾ ਕਿ ਵਿਆਹ ਹੋਵਾ ਮੇਰੇ ਬਾਬੁਲਾ ਗੁਰਮੁਖੇ ਖਰ ਪਾਇਆ। ਭਾਵੇਂ ਸ਼ਬਦ ਪੜਿਆ ਜਾਂਦਾ ਪਰ ਇਹਦਾ ਸੰਬੰਧ ਕਿ ਜਿਉਂਦੇ ਜੀ ਪਰਮਾਤਮਾ ਮੈਨੂੰ ਪਰਨਾ ਕੇ ਲੈ ਚਲਿਆ। ਵਿਆਹ ਹੋਵਾ ਮੇਰੇ ਬਾਬੁਲਾ ਗੁਰਮੁਖੇ ਖਰ ਪਾਇਆ, ਅਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਪ੍ਰਚੰਡ ਬੁਲਾਇਆ, ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ, ਹਰ ਰਤਨ ਪਦਾਰਥ ਲਾਦਾ, ਹਉਮੈ ਰੋਗ ਗਿਆ ਦੁਖ ਲਾਥਾ, ਆਪ ਆਪੈ ਗੁਰਮਤਿ ਖਾਦਾ, ਅਕਾਲ ਮੂਰਤ ਵਰ। ਇੱਥੇ ਮੌਤ ਵਰ ਨਹੀਂ,
ਅਕਾਲ ਮੂਰਤ ਵਰ ਪਾਇਆ ਅਬਨਾਸੀ, ਨਾ ਕਦੇ ਮਰੇ ਨਾ ਜਾਇਆ, ਵਿਆਹ ਹੋਵਾ ਮੇਰੇ ਬਾਬਲਾ ਗੁਰਮੁਖੇ। ਹਰ ਮੈਂ ਬੇਨਤੀ ਕਰਾਂ, ਤਿੰਨ ਤਰ੍ਹਾਂ ਦਾ ਵਿਆਹ ਪ੍ਰਕਰਨ ਚ ਮੈਂ ਰਹਿਣਾ ਕਿ ਅੱਜ ਤੱਕ ਦੁਨੀਆ ਮਰਦੀ ਰਹੀ ਪਰ ਕਿਸੇ ਨੂੰ ਮਰਨਾ ਨਾ ਆਇਆ। ਚਾਂਦਨੀ ਚੌਂਕ ਵਿੱਚ ਮੈਂ ਰਾਤ ਵੀ ਅਰਜ਼ ਕੀਤੀ, ਤਿੰਨ ਐਸੇ ਸਿੱਖ ਅੱਜ ਦਾ ਦਿਨ ਜਿਨ੍ਹਾਂ ਨੇ ਸ਼ਹਾਦਤ ਦਾ ਜਾਮ ਪੀਤਾ। ਸੱਚ ਐਵੇਂ ਸ਼ਬਦਾਵਲੀ ਆਪਣੀ ਵਰਤੀਏ, ਮੌਤ ਨੂੰ ਵਰਿਆ ਪਰ ਇਹੋ ਜੀ ਮੌਤ ਮਰ ਗਏ ਜਿਹੜੀ ਸੰਸਾਰ ਨੂੰ ਮਰਨੀ ਨਾ ਆਏ। ਬਸ ਆਹੀ ਮੈਂ ਬੇਨਤੀ ਕਰਨੀ। ਹੁਣ ਉਹ ਜਿਹੜੀ ਮੌਤ ਹੈ ਗੁਰਬਾਣੀ ਮੁਤਾਬਕ ਤਿੰਨ ਤਰ੍ਹਾਂ ਦੀ ਮੌਤ ਹੈ। ਮੈਂ ਯਤਨ ਕਰਾਂਗਾ ਸਮੇਂ ਦੇ ਵਿੱਚ ਰਹਿ ਕੇ, ਕਿਉਂਕਿ ਮੈਨੂੰ ਪਤਾ ਆਪ ਕਾਫੀ ਦੇਰ ਦੇ ਬੈਠੇ ਹੋ, ਤੁਹਾਡੇ ਫੁਰਨੇ ਖੰਡਾ ਵਾਲੇ ਮੈਨੂੰ ਖੰਡਾਣਗੇ, ਮੈਂ ਤਾਂ ਕਿ ਨਾ ਥੋੜਾ ਜਿਹਾ ਟਿਕਾ ਬਣਾਇਆ। ਉਹ ਤਿੰਨ ਤਰ੍ਹਾਂ ਦੀ ਮੌਤ ਕਿਹੜੀ ਹੈ? ਇੱਕ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਮੌਤ ਹੈ ਕਿ ਸਰੀਰਕ ਤੌਰ ਤੇ ਮਰਨਾ, ਫਿਜ਼ੀਕਲ ਡੈਥ, ਬੋਡੀ ਦਾ ਖਤਮ ਹੋ ਜਾਣਾ। ਦੂਸਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਸਰੀਰ ਬਿਲਕੁਲ ਤੰਦਰੁਸਤ ਹੈ, ਕਾਰਾਂ ਕੋਠੀਆਂ ਧਨ ਦੌਲਤ ਖਾਣ ਪਾਣ ਨੂੰ ਸਭ ਕੁਝ, ਪਰ ਗੁਰੂ ਕਹਿੰਦਾ ਰੱਬ ਭੁੱਲ ਗਿਆ, ਇਹ ਮਰਿਆ ਹੋਇਆ। ਦੂਜੀ ਤਰ੍ਹਾਂ ਦੀ ਮੌਤ ਇਹ ਵੇ। ਤੀਜੀ ਮੌਤ ਹੈ ਜਿਹੜਾ ਕਰੋੜਾਂ ਵਿੱਚੋਂ ਇੱਕ ਅੱਧਾ ਮਰਦਾ ਹੈ, ਉਹ ਸ਼ਬਦ ਵਿੱਚ ਜਦੋਂ ਮਰਦਾ ਹੈ ਉਸ ਮਰੇ ਵਿੱਚੋਂ ਇੱਕ ਜੀਵਨ ਨਿਕਲਦਾ ਹੈ। ਉਸ ਜੀਵਨ ਵਾਲੇ ਨੂੰ ਭਾਵੇਂ ਆਰਾ ਚਲਾ ਦਿਓ ਤੇ ਭਾਵੇਂ ਦੇਗ ਵਿੱਚ ਉਬਾਲ ਦਿਓ, ਭਾਵੇਂ ਉਹਨੂੰ ਪਿੰਜਰੇ 'ਚ ਬਾਹਰ ਕੱਢ ਕੇ ਉਹਦਾ ਸਿਰ ਕਲਮ ਕਰ ਦਿਓ, ਸ਼ਬਦ ਵਿੱਚ ਮਰਿਆ ਹੋਇਆ ਇਹੋ ਜਿਹਾ ਜੀਵਦਾ ਹੈ ਕਿ ਫਿਜ਼ੀਕਲ ਡੈਥ ਹੋਣ ਦੇ ਬਾਵਜੂਦ ਵੀ ਕਦੀ ਨਹੀਂ ਮਰਦਾ। ਬਸ ਇਸ ਨੁਕਤੇ ਨੂੰ ਥੋੜਾ ਜਿਹਾ ਸਮਝਿਓ, ਇਹ ਗੁਰਬਾਣੀ ਦਾ ਗਿਆਨ ਹੈ। ਮੈਂ ਪਹਿਲੀ ਬੇਨਤੀ ਕਰਾਂਗਾ, ਸਰੀਰਕ ਮੌਤ ਅਸੀਂ ਜਿੰਨੇ ਬੈਠੇ ਆ ਮੇਰੇ ਸਮੇਤ ਅਸੀਂ ਸਾਰੇ ਹੁਣ ਮਰ ਰਹੇ ਹਾਂ, ਸਾਰੇ ਮਰਨੇ ਪਏ। ਤੇ ਉਸ ਦਿਨ ਤੋਂ ਸ਼ੁਰੂ ਮਰਨਾ ਹੋਇਆ ਜਿੱਦਣ ਸਾਡਾ ਜਨਮ ਹੋਇਆ। ਇੱਕ ਮੈਂ ਤਿੰਨਾਂ ਵਿਸ਼ਿਆਂ ਤੇ ਬਾਣੀ ਵਿੱਚ ਰਹਿ ਕੇ ਬੇਨਤੀ ਕਰਾਂਗਾ ਕਿ ਕਿਉਂ ਨਹੀਂ ਸੰਸਾਰ ਨੂੰ ਮਰਨਾ ਆਇਆ। ਜਿਸ ਦਿਨ ਦਾ ਜਨਮ ਹੋਇਆ ਸਾਡੀ ਮੌਤ ਸ਼ੁਰੂ ਹੋ ਗਈ। ਹਰ ਬੰਦਾ ਜਿਹੜਾ ਜਨਮ ਲੈਂਦਾ ਹੈ ਉਹਦੇ ਜਨਮ ਤੋਂ ਬਾਅਦ ਉਹਦੀ ਤਾਰੀਖ ਜਨਮ ਵਾਲੀ ਡੇਟ ਆਫ ਬਰਥ ਤੇ ਟਾਈਮ ਬਾਅਦ ਵਿੱਚ ਕਾਗਜ਼ ਤੇ ਲਿਖਿਆ ਜਾਂਦਾ ਹੈ। ਨਗਰ ਪਾਲਿਕਾ ਉਹਦੇ ਦਫ਼ਤਰ ਬਾਅਦ ਵਿੱਚ ਲਿਖਾਇਆ ਜਾਂਦਾ ਹੈ, ਪਰ ਉਸ ਕਾਗਜ਼ ਦਾ ਤਾਂ ਪਤਾ ਹੀ ਕੇਵਲ ਰੱਬ ਨੂੰ ਹੈ ਜਾਂ ਜੀਵ ਆਤਮਾ ਨੂੰ ਹੈ। ਜਿਹੜਾ ਜਨਮ ਤੋਂ ਪਹਿਲਾਂ ਲਿਖਾ ਕੇ ਆਇਆ, ਜਨਮ ਬਾਅਦ ਵਿੱਚ ਹੈ, ਮੌਤ ਪਹਿਲਾਂ ਸਾਰੀ ਮੁਕਰਰ ਹੈ। ਤਾਂ ਹੀ ਸਤਿਗੁਰੂ ਨੇ ਬਾਣੀ ਵਿੱਚ ਕਿਹਾ ਕਿ ਮਰਨ ਲਿਖਾਏ, ਡੇਟ ਆਫ ਬਰਥ ਬਾਅਦ ਵਿੱਚ ਹੈ, ਮਰਨ ਵਾਲਾ ਕਾਗਜ਼ ਪਹਿਲਾਂ। ਜਿਹਨੂੰ ਸਤਿਗੁਰੂ ਨੇ ਕਿਹਾ ਜਦੋਂ ਸਮਾਂ ਹੁੰਦਾ ਫਿਰ ਉਹ ਕਾਗਜ਼ ਪਾਟਦਾ। ਮੰਨ ਲਓ ਕਿਸੇ ਚੀਜ਼ ਉੱਤੇ ਵਕਤ ਲਿਖਿਆ ਹੋਵੇ ਤੇ ਜਦੋਂ ਉਹਦਾ ਸਮਾਂ ਨਿਕਲ ਜਾਏ ਤੇ ਕਾਗਜ਼ ਦੇ ਪੁਰਜੇ ਪੁਰਜੇ ਕਰਕੇ ਕਹਿੰਦੇ ਛੱਡੋ, ਰੱਦੀ ਖੋਣ ਦਾ ਕੋਈ ਫਾਇਦਾ ਨਹੀਂ। ਜਦੋਂ ਲਿਖੇ ਹੋਏ ਦਾ ਵਕਤ ਮੁੱਕਦਾ ਹੈ, ਰੱਬ ਵੀ ਕਾਗਜ਼ ਪਾੜ ਦਿੰਦਾ, ਕਹਿੰਦਾ ਇਹਦਾ ਟਾਈਮ ਸਮਾਪਤ ਹੋ ਗਿਆ। ਤਾਂ ਹੀ ਸਤਿਗੁਰੂ ਨੇ ਕਿਹਾ ਜਿਨ ਕੀ ਚੀਰੀ ਦਰਗਾਹ ਪਾਟੀ, ਜਿਨ੍ਹਾਂ ਦੀ ਲਿਖੀ ਹੋਈ ਚਿੱਠੀ ਰੱਬ ਦੀ ਦਰਗਾਹ ਵਿੱਚ ਪਾਟ ਗਈ। ਜਿਨ ਕੀ ਚੀਰੀ ਦਰਗਾਹ ਪਾਟੀ ਤਿੰਨਾ ਮਰਨਾ ਭਾਈ, ਉਹਨਾਂ ਦੀ ਮੌਤ ਹੈ। ਪਹਿਲੀ ਬੇਨਤੀ ਕਰਾਂ, ਅਸਲ 'ਚ ਜਨਮ ਵਾਲੇ ਅੱਖਰ ਬਾਅਦ ਵਿੱਚ ਲਿਖੇ ਗਏ ਨੇ ਤੇ ਮੌਤ ਆਪਾਂ ਸਾਰੇ ਪਹਿਲਾਂ ਲਿਖਾ ਕੇ ਆਏ। ਇਹਦੇ ਨਾਲ ਇੱਕ ਹੋਰ ਬੇਨਤੀ, ਜਦੋਂ ਮਾਂ ਦੀ ਕੁੱਖ 'ਚੋਂ ਇਨਸਾਨ ਦਾ ਜਨਮ ਹੁੰਦਾ ਹੈ, ਸਭ ਤੋਂ ਪਹਿਲਾਂ ਉਹਦੀ ਜ਼ਿੰਦਗੀ 'ਚ ਮੌਤ ਵਾਪਰਦੀ ਹੈ। ਧਿਆਨ ਨਾਲ ਸੁਣਿਓ ਇਸ ਬੇਨਤੀ। ਜਨਮ ਤੋਂ ਬਾਅਦ ਆਪਾਂ ਕਹਾਂਗੇ ਮੌਤ ਕਿਵੇਂ? ਮੌਤ ਇੱਕ ਸਵਾਸ ਦਾ ਬਾਹਰ ਨਿਕਲਣਾ ਹੈ। ਇੱਕ ਵਾਰੀ ਸਵਾਸ ਬਾਹਰ ਨਿਕਲ ਗਿਆ, ਵਾਪਸ ਨਾ ਆਵੇ ਤੇ ਬੰਦਾ ਮਰ ਗਿਆ। ਜਿਸ ਵਕਤ ਜਨਮ ਹੋਇਆ ਸਭ ਤੋਂ ਪਹਿਲਾਂ ਬੰਦੇ ਦੀ ਮੌਤ ਦੀ ਸ਼ੁਰੂਆਤ ਹੋਈ। ਜੇ ਪਹਿਲਾ ਸਵਾਸ ਬੋਡੀ ਵਿੱਚੋਂ ਨਾ ਨਿਕਲਦਾ ਤੇ ਅੰਤਲਾ ਕਿਵੇਂ ਆਉਂਦਾ? ਕਿਉਂਕਿ ਪਹਿਲੇ ਨੇ ਥਾਂ ਬਣਾਈ ਤੇ ਤਾਂ ਅੰਤਲਾ ਆਇਆ। ਇਹਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਫਰਮਾਇਆ ਕਿ ਪਾਣੀ ਦਾ ਘੜਾ ਭਰਿਆ ਹੈ, ਇਹਨੂੰ ਠੋਕਰ ਵੱਜ ਗਈ, ਤੇੜ ਆ ਗਈ, ਉਹਦੇ ਵਿੱਚੋਂ ਪਾਣੀ ਸਿਮਣ ਲੱਗ ਪਿਆ। ਇੱਕ ਬੂੰਦ ਬੂੰਦ ਕਰਕੇ ਪਾਣੀ ਬਾਹਰ ਨਿਕਲਿਆ। ਯਾਦ ਰੱਖਿਓ, ਜੇ ਪਹਿਲੀ ਪਾਣੀ ਦੀ ਬੂੰਦ ਘੜੇ ਚੋਂ ਨਾ ਨਿਕਲਦੀ ਤੇ ਅੰਤਲੀ ਬੂੰਦ ਘੜਾ ਖਾਲੀ ਕਿਵੇਂ ਕਰਦੀ? ਕੀ ਹੈ ਮੌਤ? ਪਹਿਲੀ ਬੂੰਦ ਨਿਕਲੀ,
ਉਹਨੇ ਅੰਤਲੀ ਬੂੰਦ ਨੂੰ ਰਾਹ ਦਿੱਤਾ, ਉਹ ਵੀ ਨਿਕਲ ਗਈ, ਘੜਾ ਖਾਲੀ ਹੋ ਗਿਆ। ਆ ਵੀ ਤੇ ਇੱਕ ਘੜਾ ਹੈ, ਜੇ ਪਹਿਲਾ ਸਵਾਸ ਨਾ ਬਾਹਰ ਨਿਕਲਦਾ ਤੇ ਅੰਤਲੇ ਨੇ ਬਾਹਰ ਕਿਵੇਂ ਨਿਕਲਣਾ? ਪਹਿਲੇ ਨੇ ਇੱਕ ਥਾਂ ਬਣਾਈ। ਇਹਨੂੰ ਸਤਿਗੁਰੂ ਨੇ ਕਿਹਾ ਕਿ ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਨੀ, ਛਿਨ ਛਿਨ ਔਦ ਬਿਹਾਤ ਹੈ, ਫੂਟੇ ਘਟ ਜਿਉ ਪਾਣੀ। ਇਹ ਉਮਰ ਲੰਘਦੀ ਪਈ, ਸਵਾਸ ਨਿਕਲਦੇ। ਇੱਕ ਇੱਕ ਵਿਸ਼ੇ ਤੇ ਧਿਆਨ ਨਾਲ ਮੇਰੀ ਬੇਨਤੀ ਸੁਣੀ। ਫਿਰ ਦੇਖੋ, ਇੱਕ ਸਵਾਸ, ਬੱਚੇ ਪੜ੍ਹੇ ਲਿਖੇ ਬੈਠੇ, ਮੈਂ ਸ਼ੁਰੂਆਤ ਕੀਤੀ ਹੈ ਕਿ ਜਨਮ ਤੋਂ ਬਾਅਦ ਪਹਿਲਾ ਕਰਮ ਮੌਤ ਦਾ ਸ਼ੁਰੂ ਹੁੰਦਾ। ਦੇਖੋ ਅਸੀਂ ਬਾਣੀ ਪੜ੍ਹਦੇ ਹਾਂ, ਗੁਰੂ ਗ੍ਰੰਥ ਸਾਹਿਬ ਵਿੱਚ ਭਗਤਾਂ ਦੇ ਪਹਿਲਾ ਜਿਹੜਾ ਸ਼ਬਦ ਹੈ ਕਬੀਰ ਸਾਹਿਬ ਦਾ, ਉਹ ਸ੍ਰੀ ਰਾਗ ਚ ਹੈ ਤੇ ਉਹਦਾ ਸਰਲੇਖ ਹੈ ਕਿ ਏਕ ਸਵਾਨ ਕੈ ਘਰ ਗਾਵਣਾ। ਸਹਿਜ ਪਾਠ ਜਿਹੜੇ ਕਰਦੇ, ਇਹਦਾ ਹੈਡਿੰਗ ਦਾ ਅਰਥ ਹੈ ਕਿ ਇਸ ਸ਼ਬਦ ਨੂੰ ਕੀਰਤਨ ਕਰਨ ਵਾਲੇ ਗੁਰਸਿੱਖੋ, ਉਸ ਸ਼ਬਦ ਵਾਲੇ ਘਰ ਚ ਗਾਇਓ ਜਿਸ ਘਰ ਵਿੱਚ ਗੁਰਦਾਸ ਨੇ ਲਿਖਿਆ ਹੈ ਏਕ ਸਵਾਨ ਦੋਏ ਸਵਾਨੀ ਨਾਲ, ਏਕ ਸਵਾਨ ਕਹਿ ਕਰ ਗਾਵਣਾ। ਉਹ ਪਹਿਲੇ ਸ਼ਬਦ ਵਿੱਚ ਫਰਮਾਇਆ ਕਿ ਬੱਚਾ ਬੱਚੀ ਕੋਈ ਜਨਮ ਲੈਂਦਾ, ਇਹ ਨਾ ਸਮਝਣਾ ਕਿ ਮੈਂ ਨਿਰਾਸ਼ਤਾ ਵਾਲੀ ਕੋਈ ਵਿਚਾਰ ਸ਼ੁਰੂ ਕਰ ਲਈ। ਇਹਨੂੰ ਸਮਝੀਏ ਕਿ ਕਿਉਂ ਨਹੀਂ ਮਰਨਾ ਆਇਆ, ਮੌਤ ਕੀ ਚੀਜ਼ ਹੈ। ਉੱਥੇ ਬਚਨ ਨੇ ਕਿ ਬੱਚੇ ਦਾ ਜਨਮ ਹੋਇਆ ਤੇ ਜਦੋਂ ਪਰਿਵਾਰ ਦੇ ਜੀਆਂ ਨੂੰ ਪਤਾ ਲੱਗਦਾ ਕਿ ਫਲਾਣੇ ਦੇ ਘਰ ਬੱਚੇ ਦਾ ਜਨਮ ਹੋਇਆ ਤੇ ਅਸੀਂ ਹਸਪੀਟਲ ਵੀ ਜਾਂ ਘਰ ਪਹੁੰਚਨੇ, ਬੱਚੇ ਨੂੰ ਦੇਖਨੇ ਆ ਤੇ ਸਭ ਤੋਂ ਪਹਿਲਾਂ ਸ਼ਬਦ ਕੀ ਕਹਿੰਦੇ ਆ ਕਿ ਪ੍ਰਮਾਤਮਾ ਇਸ ਬੱਚੇ ਦੀ ਉਮਰ ਲੰਮੀ ਹੋਵੇ, ਇਸ ਬੇਟੀ ਬੇਟੇ ਨੂੰ ਰੱਬ ਦੀਰਘ ਆਯੂ ਦੇ। ਕਦੀ ਕਿਸੇ ਨੇ ਪੁੱਛਿਆ ਇਹ ਕਿਉਂ ਕਹਿ ਦਿੱਤਾ? ਅਜੇ ਤਾਂ ਬੱਚੇ ਦਾ ਜਨਮ ਹੋਇਆ 2 ਘੰਟੇ ਹੋਏ ਤੇ ਤੁਸੀਂ ਇਹ ਸ਼ਬਦ ਕਹਿ ਦਿੱਤੇ। ਇਹਦੀ ਸ਼ੁਰੂਆਤ ਤੇ ਦੀਰਘ ਆਯੂ, ਲੰਮੀ ਉਮਰ। ਸੱਚ ਇਹ ਵੀ ਅਸੀਂ ਸ਼ਬਦ ਵਰਤਨ ਤੋਂ ਡਰਨੇ ਆ। ਗੁਪਤ ਇਸ ਸ਼ਬਦਾਂ ਦਾ ਅਰਥ ਇਹ ਵੇ ਕਿ ਜਿਹੜਾ ਜੰਮਿਆ ਛੇਤੀ ਮਰੇ ਨਾ। ਅਰਥ ਇਹ ਦੀਰਘ ਆਯੂ ਮੀਨਸ ਕਿ ਮਰੇ ਨਾ। ਉਂਝ ਜੇ ਕੋਈ ਕਹੇਗਾ ਸਿਰ ਤੇ ਹੱਥ ਰੱਖ ਕੇ ਤੂੰ ਛੇਤੀ ਨਾ ਮਰੀ, ਆਪਾਂ ਗੁੱਸਾ ਕਰ ਜਾਾਂਗੇ। ਪਰ ਸ਼ਬਦਾਂ ਦੀ ਬਨਾਵਟ ਬਣਾ ਦਿੱਤੀ ਕਿ ਦੀਰਘ ਆਯੂ ਹੋਵੇ, ਇਹਦਾ ਮਤਲਬ ਇਹਨੂੰ ਛੇਤੀ ਮੌਤ ਨਾ ਆਵੇ। ਹੁਣ ਉਹ ਬੱਚਾ ਜਨਮ ਹੋ ਗਿਆ, ਹਰ ਸਾਲ ਲੋਕ ਜਨਮ ਦਿਨ ਮਨਾਉਂਦੇ, ਬੜਾ ਖਰਚਾ ਕਰਦੇ। ਆਹ ਜੇ ਪੁਰਬ ਜਿਹੜਾ ਤੁਸੀਂ ਹਰ ਸਾਲ ਮਨਾਉਂਦੇ ਹੋ, ਇਹਦੇ ਸ਼ਹੀਦੀ ਦਿਹਾੜਾ ਮਨਾਉਣਾ। ਹੁਣ ਦੇਖੋ ਕੱਲ ਨੂੰ ਮੇਰਾ ਖਿਆਲ ਨਗਰ ਕੀਰਤਨ ਹੈ ਨਾ, ਮੈਂ ਮੰਜੀ ਸਾਹਿਬ ਵੀ ਕਿਹਾ ਸੀ ਆਪਾਂ ਬੱਸ ਕਰਾ ਦੇਣੀ ਹੈ ਲੋਕਾਂ ਦੀ ਲੰਗਰ ਛਕਾ ਛਕਾ ਕੇ। ਸਟਾਲ ਕਿੰਨੇ ਲੱਗ ਜਾਣੇ, ਅੱਜ ਆਹ ਬਣਿਆ, ਅੱਜ ਆਹ ਬਣਿਆ। ਆ ਭਾਈ ਸਾਹਿਬ ਜਿਹੜਾ ਇਸ ਫੋਕੀ ਸਿਫਤ ਨਹੀਂ 6-7 ਦਿਨ ਦਾ ਪ੍ਰੋਗਰਾਮ ਰੱਖਦੇ ਨੇ, ਘੱਟੋ ਘੱਟ ਇੰਨੀ ਤਾਂ ਸੰਗਤ ਵਿੱਚ ਆਏ ਨੂੰ ਸਮਝ ਪੈਂਦੀ ਹੈ ਗੁਰੂ ਤੇਗ ਬਹਾਦਰ ਦੇ ਸਲੋਕ ਕੀ ਸਤਿਗੁਰੂ ਸਾਨੂੰ ਸਮਝਾ ਰਹੇ ਨੇ। ਗਏ ਲੰਗਰ ਛਕਿਆ, ਪਿਆਰਿਓ ਲੰਗਰ ਲੋੜਵੰਦ ਵਾਸਤੇ ਸੀ। ਲੋੜਵੰਦ ਨੇ ਤਾਂ ਛਕਣਾ, ਸਰੀਰ ਚੱਲੇ, ਸਰੀਰ ਤਾਂ ਚਲਾਣਾ ਰੱਬ ਦੀ ਬੰਦਗੀ ਕਰੇ। ਤੇ ਜੇ ਭਰੇ ਉੱਤੇ ਭਰੀ ਜਾਾਂਗੇ ਤੇ ਕਈ ਵਾਰੀ ਖੁਰਾਕ ਵੀ ਜ਼ਹਿਰ ਬਣ ਜਾਂਦੀ ਹੁੰਦੀ। ਫੂਡ ਤਾਕਤ ਦਿੰਦਾ, ਪਰ ਯਾਦ ਰੱਖਿਓ ਫੂਡ ਪੋਇਜ਼ਨ ਵੀ ਹੋ ਜਾਂਦਾ, ਜ਼ਹਿਰ ਵੀ ਬਣ ਜਾਂਦਾ। ਪਰ ਮੈਂ ਪ੍ਰਕਰਨ ਚ ਰਹਾਂਗਾ ਕਿ ਦੇਖੋ ਬੱਚੇ ਦਾ ਜਨਮ ਦਿਨ ਆ ਗਿਆ, ਕਿੰਨਾ ਪਰਿਵਾਰ ਖੁਸ਼ ਹੁੰਦਾ ਕਿ ਅੱਜ ਸਾਡੇ ਬੱਚੇ ਦਾ ਜਨਮ ਦਿਨ ਹੈ। ਲੱਖਾਂ ਰੁਪਈਏ ਅਸੀਂ ਜਨਮ ਦਿਨ ਤੇ ਖਰਚਨੇ। ਮੇਰਾ ਖਿਆਲ ਲੱਖਾਂ ਰੁਪਈਏ ਅੱਤ ਕਥਨੀ ਨਹੀਂ ਹੋਵੇਗੀ ਸ਼ਹਿਰ ਅੰਦਰ ਦਿੱਲੀ ਵਾਲੇ ਚ। ਪਰ ਭਾਵਨਾ ਵਾਲੇ ਵੀ ਜਨਮ ਦਿਹਾੜੇ ਵਾਲੇ ਦਿਨ ਬੱਚੇ ਨੂੰ ਲਿਜਾਂਦੇ ਨੇ ਗੁਰਦੁਆਰੇ ਤੇ ਦੇਗ ਬਣਾ ਕੇ ਅਰਦਾਸ ਕਰਦੇ ਨੇ, ਦਾਤਾ ਤੂੰ ਸੰਤਾਨ ਦਿੱਤੀ, ਇੰਨੇ ਸਾਲਾਂ ਦਾ ਅੱਜ ਹੋ ਗਿਆ, ਕਿਰਪਾ ਕਰੀ ਰਹਿੰਦੀ ਜ਼ਿੰਦਗੀ ਇਹਦੀ ਭੈ ਭਾਵਨਾ ਵੀ ਤੇਰੀ ਬੰਦਗੀ ਵਿੱਚ ਬਤੀਤ ਹੋ ਜਾਏ। ਤੇ ਗੁਰੂ ਸਾਹਿਬ ਨੇ ਕਿਹਾ ਜਦੋਂ ਜਨਮ ਵਾਲਾ ਦਿਨ ਆਉਂਦਾ, ਸਾਲ ਬਾਅਦ ਉਹ ਆਉਣਾ, ਤੇ ਮੈਂ ਬੇਨਤੀ ਕਰਾਂ ਉਦੋਂ ਹਰ ਸਾਲ ਜਨਮ ਵਾਲੇ ਤਰੀਕ ਨੂੰ, ਦਿਨ ਨੂੰ ਇਹ ਗੱਲ ਚੇਤੇ ਰੱਖਣੀ ਚਾਹੀਦੀ ਹੈ। ਅੱਜ ਬੱਚੇ ਨੂੰ 1 ਸਾਲ ਹੋ ਗਿਆ ਮਰਦੇ। ਭਾਵੇਂ ਮੈਂ ਸ਼ਬਦ ਕਹਿ ਰਿਹਾ ਕਈਆਂ ਨੂੰ ਚੰਗੇ ਨਹੀਂ ਲੱਗਣੇ। ਅੱਜ 2 ਸਾਲ ਹੋ ਗਏ ਮਰੇ ਨੂੰ, 2 ਸਾਲ ਤੋਂ ਮਰ ਰਿਹਾ। ਅੱਜ 3 ਸਾਲ ਹੋ ਗਏ ਮਰਨ ਦੇ ਪ੍ਰੋਸੈਸ ਚੱਲੇ ਨੂੰ। ਇੱਕ ਸਵਾਸ ਕਰਕੇ ਬੰਦਾ ਮਰਦਾ ਹੈ। ਤੇ ਪਿਆਰਿਓ ਅੰਤਲਾ ਸਵਾਸ ਤਾਂ ਮਰਦਾ ਜੇ ਪਹਿਲੇ ਮਰਦੇ। ਸਤਿਗੁਰੂ ਨੇ ਬਾਣੀ ਵਿੱਚ ਕਿਹਾ ਜਨਨੀ ਜਾਣਤ ਸੁਤ ਵੱਡਾ ਹੋਤ ਹੈ। ਮਾਂ ਸਮਝਦੀ ਹੈ ਪੁੱਤਰ ਵੱਡਾ ਹੋ ਰਿਹਾ, ਇਤਨਾ ਕੂ ਨਾ ਜਾਣੇ
जे दिन दिन अवध घटत कै, मोर मोर कर अधक लाड तर पेखत ही जमराओ खसै। मैं एक उदाहरण तुहानू दे देना, जो शब्द मैं शुरू किया समझ सका मैं भी। देखो असी पानी अग ते रखने ते आम बंदा कहेगा उबलेगा ते भाप बनेगा, पर पढ़े लिखिया ने गिनती मिनती कर ली, वो कहते 100 डिग्री ते तपेगा ते फिर भाप बनेगा। यही कहते 100 डिग्री ते भाप बनेगा। 99 तो बाद 1 डिग्री मिले तो ही 100 होंदा है ना, कली 1 डिग्री नाल भाप नहीं बनिया। 99 तो बाद डिग्री 1 ही मिले तो 100 बनता है। पर चेते रखियो जे पहलियां 99 ना होंदियां ते एक किवें नूं 100 बना देंदी। प्यारिया जे पहले तेरे सवास ना निकले हुंदे ते अंतला सवास किवें निकलदा। 100 डिग्री ते पानी भाप बन के उड़दा है ते जदों अंतला सवास हुंदा चेते रखो आत्मा शरीर नूं छड्ड के उड़ जांदी। सतगुरु ने बाणी च बचन कीते, उन्हां 70 साल 80 साल जिंदगी नहीं मन्नी, उन्हां इक्को मन्निया कि खम आदमी खां एकदम दा ही बंदा है। इनू गुरु रामदास जी ने फरमाया कि खर जपदियां खिन ढिल ना कीजी मेरी जिंदड़िए, मत के जापे साह आवे के ना आवे राम। एक सवास मैं पहली बेनती कर लगा कि जेड़ा भी पैदा होया आपां जिन्ने बैठे हैं सच वे असी मर रहे हैं। असी सुते होइए तां भी मरांगे, असी जागदे आ तां भी मरने आ। फर्क इन्ना है कि किसे नूं मरदियां 70 साल लग जाते हैं, कोई 2 सालां च पूरा कर जाता है, कोई 100 साल च पूरा कर जाता है। मौत का आगाज जन्म तो हुंदा है, जदों मुकम्मलता हुंदी उदों असीं कहने हुण पूरा हो गया। ये शब्द साडे पंजाबी दे ने, मर गया। सतगुरु ने बाणी च कहा पहली गल जो संसार विच पैदा होए, संत असंत शाकत पुन्नी, जो भी पैदा होया चंगा मंदा हर कोई मरे। ताई सतगुरु दे बचन पढ़े तुसी हुणे कि जो उपजो सो बिन सिखे। जो पैदा होया मरेगा, जो उपजो सो बिन सिखे। परो आज कै काल नानक हर गुण गाए ले, छाड़ सगल जंजाल। इसे नूं दातार ने बाणी विच कहा कि जैसे किरसान बोवे किरसानी, किरसान ने खेती बेच दी ते तुसी मंडी च सब्जी खरीदण जांदे हो, सारियां पक्कियां फसलां ते नहीं ना हुंदियां। कच्चियां मूलियां आ रही ने, कच्चियां गाजरां आ रही ने, कच्चे छोलियां आ रहा है, कच्चे मटर आ रहे हैं। ते जे जिमीदार 4 दिन रहन दिंदा है सारे पक जाने सन। जदों कच्चे मंडी विच आए, कच्चियां दी गल छड्डो, लोकी नाश्ता सवेरे अंकुर होए बीजां दा करदे। कई बंदे असी देखने कि अंकुर जदों निकलदा है बाहर अंगूर उस दाने चों ते असी नाश्ता करने आ। चेते रखियो जिन्हों प्लेट विच पा के असी चबाने पे आ, वो कहंदा मेरे च जिंदगी सी, जे तू खाण तो पहला कुछ दिन मैनू जीण दिंदा ते मैं भी पक सकदा सी। कच्चा खा गए। दाने ने किते विचारे ने कहा कि अजे तो मैं रात अंकुर बनिया ते सवेरे तो मैनू खा गया। वो कहंदा मेरा जोर कोई नहीं, तेरा ही चलना। कच्ची फसल मंडी विच आई, फसल दी कोई ताकत नहीं कुछ कह सके। प्यारिओ असी तां कच्ची पक्की फसल, हाँ ये तां रब दी मर्जी है। किसे नूं अंकुर विच आए नूं मां दे गर्भ विचों ही लै जाए ते ओदी मर्जी है, किसे नूं जवानी च लै जाए ओदी मर्जी है, बुढ़ेपे विच लै जाए, पर फसल पक्कण तो बाद वड्डण दा काम ओदा। सतगुरु ने फरमाया कि जैसे किरसान बोवे किरसानी, काची पाकी बाढ़ पुरानी, जो जन्मै सो जानो मुआ, गोबिंद भगत अस्तर खैथीआ। इनू सतगुरु ने बाणी विच कहा कि रहन ना पावे सुर नर देवा, ऊड़ सिधारे कर मुनजन सेवा। सारे चले गए। एक मैं श्लोक सुना के इस तो अगे निकलांगा, तुसी मेरी बेनती है मैनू टिका जरूर बख्श। असी कपड़ा खरीदने दुकान तो जाके ते जिन्हों कपड़े की पहचान भी नहीं, वही पुछन लगता कपड़े की मियाद की है, यदी गारंटी यदी वारंटी की। ते दुकान वाला भी दस दिंदा इन्ने साल नहीं छिजेगा, जे छिज गया मेरी वारंटी मैं वापस करांगा। असी कपड़ा खरीद लेने ओदी मियाद पुछ के,
ਦਰਜੀ ਕੋਲ ਜਾਂਦੇ ਆ ਤੇ ਸਿਲਾਨ ਤੋਂ ਪਹਿਲਾਂ ਕਹਿੰਦੇ ਆ ਜਿਸ ਧਾਗੇ ਨਾਲ ਸੀਏਗਾ ਦੱਸ ਇਸ ਧਾਗੇ ਦੀ ਕੀ ਮਿਆਦ ਹੈ। ਇਹ ਘਸੇਗਾ ਸੀਨ ਉਧੜੇਗੀ ਤੇ ਨਹੀਂ। ਉਹ ਦਰਜੀ ਵੀ ਧਾਗੇ ਦੀ ਮਿਆਦ ਦੱਸ ਦਿੰਦਾ ਹੈ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕੱਪੜੇ ਦੀ ਮਿਆਦ ਹੈ, ਸੀਣ ਵਾਲੇ ਧਾਗੇ ਦੀ ਵਾਰੰਟੀ ਹੈ। ਪਰ ਮੈਨੂੰ ਦੱਸ ਦੁਕਾਨ ਤੇ ਕੱਪੜਾ ਸੀਨ ਦੇਣ ਵਾਲਿਆ, ਜਿੱਦਣ ਕੱਪੜਾ ਲੈਣ ਜਾਣਾ ਤੈਨੂੰ ਪਤਾ ਹੈ ਕਿ ਕਿਤੇ ਕੱਪੜਾ ਤੇਰੇ ਵਾਸਤੇ ਖੱਫਣ ਦਾ ਰੂਪ ਵੀ ਬਣ ਸਕਦਾ, ਤੇਰੇ ਸਰੀਰ ਦੀ ਕੀ ਗਰੰਟੀ। ਸਤਿਗੁਰੂ ਨੇ ਬਚਨ ਕੀਤੇ ਕਿ ਕੱਪੜਾ ਪਾਟ ਜਾਏ ਤੇ ਧਾਗੇ ਨਾਲ ਦੁਬਾਰਾ ਤੂੰ ਸੀ ਲਏਗਾ, ਪਰ ਇੱਕ ਸਰੀਰ ਜਿਹਦੇ ਵਿੱਚੋਂ ਆਤਮਾ ਨਿਕਲ ਜਾਏ, ਦੁਨੀਆ ਦੀ ਕੋਈ ਤਾਕਤ ਉਹ ਸਰੀਰ ਵਿੱਚੋਂ ਜਿੰਦ ਨੂੰ ਦੁਬਾਰਾ ਜੋੜ ਨਹੀਂ ਸਕੇ। ਬਾਬਾ ਸਾਹਿਬ ਦੇ ਬਚਨ ਨੇ ਕਿ ਖਿੰਥੜ ਮੇਖਾਂ ਅਗਲੀਆਂ, ਬਾਬਾ ਫਰੀਦ ਸਾਹਿਬ ਮੇਖਦਾਰ ਤੇ ਟਾਂਕਾ ਧਾਗੇ ਨਾਲ ਸੀਨਾ, ਖਿੰਥੜ ਮੇਖਾਂ ਅਗਲੀਆਂ ਜਿੰਦ ਨਾ ਕਾਈ ਮੇਖ, ਵਾਰੀ ਆਪੋ ਆਪਣੀ ਚੱਲੇ ਮਸਾਇਕ ਸੇਖ। ਇਹੀ ਕਾਰਨ ਮੌਤ ਵੈਸੇ ਫਿਜ਼ੀਕਲ ਡੈਥ ਬੜਾ ਵੱਡਾ ਡਰ ਜੀ। ਮੈਂ ਇੱਕ ਦੋ ਪ੍ਰਮਾਣ ਦੇ ਕੇ ਤਿੰਨਾਂ ਦੀ ਗੱਲ ਮੁਕੰਮਲ ਕਰਾਂਗਾ। ਕਦੀ ਤੁਸੀਂ ਸ਼ਮਸ਼ਾਨ ਘਾਟ ਕੋਲੋਂ ਲੋਕ ਲੰਘਦੇ ਹੋਣ ਤੇ ਬੰਦੇ ਦਾ ਧਿਆਨ ਜਾਂਦਾ ਪਰ ਡਰ ਜ਼ਰੂਰ ਜਾਂਦਾ। ਕਈ ਵਾਰੀ ਕੱਲਾ ਬੰਦਾ ਕਹਿੰਦਾ ਇੱਥੋਂ ਨਹੀਂ ਨਿਕਲਣਾ, ਕਿਉਂਕਿ ਰਸਤੇ ਵਿੱਚ ਸ਼ਮਸ਼ਾਨ ਘਾਟ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਇਹ ਵੀ ਸ਼ਬਦ ਆਇਆ ਕਿ ਬੰਦਾ ਆਪਣੇ ਘਰ ਨੂੰ ਜਾਣ ਲਈ ਉਤਾਵਲ ਹੈ, ਇੱਥੋਂ ਤੱਕ ਕਿ ਕਿਸੇ ਦਾ ਸੰਸਕਾਰ ਕਰਨ ਜਾਈਏ ਤੇ ਤਾਂ ਵੀ ਕਹਿੰਦੇ ਛੇਤੀ ਛੇਤੀ ਹੁਣ ਅੱਗ ਲੱਗੇ, ਅਸੀਂ ਬਾਹਰ ਨਿਕਲੀਏ। ਬੰਦੇ ਦਾ ਦਿਲ ਕਾਲਾ ਪੈਂਦਾ। ਅੱਤ ਦਾ ਨਜ਼ਦੀਕੀ ਉਹ ਵੀ ਚਾਹੁੰਦਾ ਹੁਣ ਅੱਖਾਂ ਤੋਂ ਓਲੇ ਹੋ ਜਾਏ, ਇਹਨੂੰ ਫੂਕ ਦਿਓ, ਮੈਂ ਦੇਖ ਨਹੀਂ ਸਕਦਾ। ਮਹਾਰਾਜ ਕਹਿੰਦੇ ਬੰਦਾ ਸ਼ਮਸ਼ਾਨ ਘਾਟ ਕੋਲੋਂ ਲੰਘਦਾ ਤੇ ਡਰਦਾ ਦੂਰ ਚਲਾ ਗਿਆ ਤੇ ਪਿੱਛੋਂ ਆਵਾਜ਼ ਆਈ, ਭਲਿਆ ਮੇਰੇ ਕੋਲੋਂ ਲੰਘਦਾ ਤੂੰ ਦੂਰ ਕਿਉਂ ਜਾਣਾ। ਤੇ ਆਦਮੀ ਨੇ, ਬਾਬਾ ਫਰੀਦ ਸਾਹਿਬ ਨੇ ਪੁੱਛਿਆ ਤੂੰ ਕੌਣ। ਕਹਿਣ ਲੱਗੀ ਮੈਂ ਕਬਰਸਤਾਨ, ਮੈਂ ਸ਼ਮਸ਼ਾਨ ਭੂਮੀ। ਤੇ ਬਾਬਾ ਫਰੀਦ ਜੀ ਕਹਿੰਦੇ ਨੇ ਆਵਾਜ਼ ਤਾਂ ਤੇਰੀ, ਪਰ ਲੋਕ ਤੇਰੇ ਤੋਂ ਡਰਦੇ ਨੇ, ਆਪਣੇ ਘਰ ਨੂੰ ਪਸੰਦ ਕਰਦੇ ਨੇ, ਤੇਰੇ ਕੋਲ ਬੈਠਣਾ ਕੋਈ ਪਸੰਦ ਨਹੀਂ ਕਰਦਾ। ਤੇ ਕਹਿੰਦੇ ਨੇ ਸ਼ਮਸ਼ਾਨ ਭੂਮੀ ਨੇ ਕਿਹਾ ਉਹ ਘਰਾਂ ਵਾਲਿਓ, ਤੁਸੀਂ ਇੱਕ ਇੱਕ ਕਮਰੇ ਵਿੱਚ ਇੱਕ ਇੱਕ ਜੀ ਰਹਿੰਦੇ ਹੋ, ਇੱਕ ਇੱਕ ਬੈਡਰੂਮ ਵਿੱਚ ਇੱਕ ਸੌਂਦੇ ਹੋ, ਪਰ ਜਿਸ ਘਰ ਨੂੰ ਤੁਸੀਂ ਅੱਤ ਦਾ ਮੋਹ ਕਰਦੇ ਹੋ, ਜਿੱਦਨ ਇਸ ਘਰ ਦੇ ਲੋਕਾਂ ਨੇ ਤੁਹਾਨੂੰ ਮੋਢੇ ਤੇ ਚੁੱਕ ਕੇ ਮੇਰੇ ਕੋਲ ਲਿਆਂਦਾ, ਚੇਤੇ ਰੱਖਿਓ ਅਖੀਰਲਾ ਟਿਕਾਣਾ ਮੇਰੇ ਕੋਲ ਬਣਨਾ। ਉਸ ਘਰ ਵਿੱਚ ਇੱਕ ਕਮਰੇ ਵਿੱਚ ਇੱਕ ਜੀ ਸੌਂਦਾ ਹੈ ਤੇ ਸ਼ਮਸ਼ਾਨ ਭੂਮੀ ਕਹਿੰਦੀ ਹੈ ਮੇਰੇ ਸ਼ੈੱਡ ਥੱਲੇ ਪਤਾ ਨਹੀਂ ਕਿੰਨੇ ਕੁ ਫੂਕੇ ਗਏ, ਸਾਰੇ ਇੱਕੋ ਥਾਂ ਤੇ ਸਮਾ ਗਏ। ਮੈਂ ਬੇਨਤੀ ਕਰਾਂਗਾ ਇਹ ਸਚਾਈ ਸਾਹਿਬ ਦੇ ਬਚਨ ਨੇ ਕਿ ਗੌਰ ਨਿਮਾਣੀ ਛੱਡ ਕਰੇ, ਗੌਰ ਮੀਨਸ ਕਬਰ, ਸ਼ਮਸ਼ਾਨ ਭੂਮੀ ਛੱਡ ਕਰੇ ਦਰ ਤੇ ਆਵਾਜ਼ਾਂ ਮਾਰਦੀ, ਗੌਰ ਨਿਮਾਣੀ ਛੱਡ ਕਰੇ ਤੇ ਨਾਲ ਕਹਿ ਰਹੀ ਨੇ ਘਰਿਆ ਤੇਰਾ ਕੋਈ ਟਿਕਾਣਾ ਨਹੀਂ। ਆਪਣਾ ਘਰ ਥੋੜਾ ਪਿਆਰਿਓ ਜਿੱਥੇ ਆਪਾਂ ਰਹਿੰਦੇ। ਮੇਰੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਉਹਨਾਂ ਦੀ ਭਗਤੀ, ਉਹਨਾਂ ਦਾ ਸਿਮਰਨ, ਸਾਰੇ ਪਰਉਪਕਾਰ ਦੇ ਕੰਮ ਕੀਤੇ, ਪਰ ਇਸ ਤਰ੍ਹਾਂ ਵਿਚਰੇ ਜਿਵੇਂ ਮਾਨੋ ਦੁਨੀਆ ਇੱਕ ਸਰਾਖ। ਗੌਰ ਨਿਮਾਣੀ ਛੱਡ ਕਰੇ ਨੇ ਘਰਿਆ, ਘਰ ਆਓ ਸਰ ਪਰ ਮੈਥੈ ਆਮਣਾ ਮਰਨੋ ਨਾ, ਦਰਿਆਓ ਇੱਕ ਦਿਨ ਤੈਨੂੰ ਮੇਰੇ ਕੋਲ ਆਉਣਾ ਪੈਣਾ। ਮੈਂ ਪਹਿਲੀ ਬੇਨਤੀ ਕੀਤੀ ਸਰੀਰਕ ਮੌਤ, ਇਹ ਸਭ ਮਰਨੇ ਪਿਆ, ਸਭ ਨੂੰ ਆਉਣੀ ਹੈ, ਅੱਜ ਨਹੀਂ ਕੱਲ, ਕੱਲ ਨਹੀਂ ਪਰਸੋਂ, ਹੈ ਤਾਂ ਦੁੱਖ ਹੀ ਨਾ। ਉਸ ਤੋਂ ਬਾਅਦ ਦੂਜੀ ਮੌਤ ਗੁਰਬਾਣੀ ਅਨੁਸਾਰ ਇਹ ਵੇ ਕਿ ਇਨਸਾਨ ਬੋਲਦਾ ਹੈ, ਤਨ ਤੇ ਕੱਪੜੇ ਪਾਉਂਦਾ ਹੈ, ਕਾਰਾਂ ਗੱਡੀਆਂ ਝੂਟਦਾ ਹੈ, ਸੋਹਣੇ ਘਰ ਵਿੱਚ ਰਹਿੰਦਾ ਹੈ, ਕਈ ਤਰ੍ਹਾਂ ਦੇ ਪਕਵਾਨ ਖਾਂਦਾ ਹੈ, ਪਰ ਗੁਰੂ ਗ੍ਰੰਥ ਸਾਹਿਬ ਨੂੰ ਪੁੱਛ ਕੇ ਦੇਖੋ, ਕਹਿੰਦੇ ਨੇ ਸਭ ਕੁਝ ਲੈ ਕੇ ਜਿਹਨੂੰ ਗੁਰੂ ਭੁੱਲ ਜਾਏ ਉਹ ਬੰਦਾ ਜਿਉਂਦਾ ਹੀ ਮਰਿਆ ਹੋਇਆ। ਸਤਿਗੁਰੂ ਦੇ ਅੰਮ੍ਰਿਤ ਬਚਨ ਨੇ ਕਿ ਅਤ ਸੁੰਦਰ ਕੁਲੀਨ ਚਤੁਰ, ਉਹ ਵੀ ਇੱਕ ਮੁਰਦਾ ਹੈ। ਅਤ ਦਾ ਸੋਹਣਾ, ਉੱਚੀ ਕੁਲ ਤੇ ਚਲਾਕ, ਅਤ ਸੁੰਦਰ ਕੁਲੀਨ ਚਤੁਰ, ਮੁਖ ਗਿਆਨੀ ਧਨਵੰਤ। ਬਾਬਾ ਜੀ ਨੇ ਇਹ ਨਹੀਂ ਕਿਹਾ ਵਿਦਵਾਨ, ਕਹਿਣ ਲੱਗੇ ਮਿਰਤਕ ਕਈਆਂ ਨਾਨਕਾ ਜੇ ਪ੍ਰੀਤ ਨਹੀਂ, ਭਗਵੰਤ ਰੱਬ ਨਾਲ ਪਿਆਰ ਨਹੀਂ ਤੇ ਉਹ ਮੁਰਦਾ। ਇਹਨੂੰ ਗੁਰੂ ਰਾਮਦਾਸ ਜੀ ਨੇ ਫਰਮਾਇਆ, ਅਸੀਂ ਪੜ੍ਹਨੇ ਜਿਨ ਕਰ ਹਿਰਦਾ ਨਾਮ ਨਾ ਬਸਿਓ, ਤਿਨ ਮਾਤ ਕੀਜਾ ਕਰ ਬਾਝਾ, ਤਿਨ ਸੁਣੀ ਦੇ ਫਿਰੈ ਬਿਨ ਨਾਮੈ, ਉਹ ਖਪ ਖਾ ਮੁਵੇ ਕਰਾਂਝਾ। ਮਰ ਨਾ ਜਾਹੀ ਜਿਨਾ ਬਿਸਰਤ ਰਾਮ, ਨਾਮ ਬਿਖੋਨ ਜੀਵਨ
कौन काम ओ मुर्दा है। नाम बिना जो पैरै खाए, जो कूकर जूठन में पाए। नाम बिना जेता व्यवहार, ये नहीं क्या जिਉਂਦਾ कपड़े पांदा है। कहन लगे ज्यों मृतक मिथ्या शिंगार। ਇਹਦਾ मतलब रब दा नाम भुलना। इसे ਨੂੰ सतगुरु ने बाणी विच कहा, कहन लगे मरणं बिसरणं गोबिंद है। तन गुरु अर्जुन देव, मौत है जिन्हों रब भुल जाए, जीवन हर नाम ध्यान है। जिन्हों रब चेते आ जाए वह जींदा है। मैं दूसरी तरह की मौत साईं भुलना। तीजी तरह की मौत जिन्हों कबीर साहब ने क्या मर पी ना जानिया कोई, सारे मरे। वो मौत केड़ी है भाई, वो कैसी मौत है। उस मौत नूं गुरु ग्रंथ साहब ने क्या, जेड़ा शरीरिक मौत तो पहला शब्द विच मर जाएगा, शब्द विच मरे कोई मौत दे भय तो मुक्त हो जाते ने। ते जेड़ा शब्द विच मर जाए, सच है वो चांदनी चौंक विच खलोता सिर ते आरा चलवा के हसदा है। वो कहंदा भलियो जिस मौत तो तुसी डरांदे हो, ये तो मैं शब्द विच मर के पहला ही इहनूं मान चुका। बेनती है वो मौत, तीजी तरह की मौत, ओनू गुरबाणी विच दाता जी ने कहा। यह श्लोक है, मरता मरता जग मूआ। लोग मरदे पे ने, ते मैं कहांगा सवेरे चांदनी चौक नूं पुछो मौत की हुंदी। मरता मरता जग मूआ, मर भी ना जानिया कोई। ऐसी मरनी जो मरे बौर ना मरना कोई। अगे कह महला तीजा, क्या जाना किव मरेंगे। ए शब्द नूं ध्यान नाल, ये गुरु अमरदास दा श्लोक। कोई पता नहीं किवें मरना है, सानू मैनू तुहानू किसे नू पता नहीं। क्या जाना कोई पता नहीं किव मरेंगे, कैसा मरना कोई पता नहीं। मंजे ते मरना है, पता नहीं सड़क दे किनारे मरना है, पता नहीं किसी एक्सीडेंट विच मरना है, पता नहीं किसी बीमारी ने मार देना है। ये कोई पता नहीं केड़ी थां ते मरना है, किवें मरना है, कोई पता नहीं। पर एक गल गुरु अमरदास कहने, तेनू लिख के दे देने आ, मौत किवें भी आए, पर जे तेनू वैगुरु चेते रहे, किवें भी मरे तेरा मरना सफल हो जाए। किवें मरना है पता नहीं, पर यह गल पक्की, जे साईं चेते रवे ते मौत भी सौखी है। ताई साहब ने क्या महला तीजा, क्या जाना किव मरेंगे, कैसा मरना होए। जेकर साहिब मनो ना विसरै तां सहला क्या। कदी मौत नूं किसे सहला के। गुरु साहब ने कहा जे साईं चेते वे ते मरना सहला हो गया। ते दास पिछे भी बेनती करके आया, रात नूं असीं मौत दा जिक्र नहीं करते। मौत बच्चा कोई ना लै ना, असीं कहने किहड़ी मौत दी गल कीती। मैं कई बारी सोचना कई घरां च टीवी लगा होवे, किते कोई रात नूं मौत वदा करके रोन लग पे, असीं कहने बंद करो की वैन पवाई जांदे। ਇਹਦਾ मतलब मौत रात नूं चंगी नहीं लगती। सुनिया सतगुरु ने बाणी च क्या नहीं, सिख रात नूं जदों सौण लगदा है ते मेरा बाबा नानक इहनूं सौण लग्या पहले शब्द विच मौत चेते करांदा है। सौण लग्या साहिब दा सोहला गाउने आ, निरभौ का सोहला गाउने आ, पर नाल मौत चेते करने। ते इत्थे मैं एक बार बेनती शायद कीती सी कि दुनिया ली मौत वैन है, दुनिया ली मौत डरावा है, पर गुरसिख ली मौत भी सोहला बन जाती है। सोहला दा अर्थ विआह वेले गाए जान वाले गीत। वो असी रोज सौन लग्या पढ़ने संबत साहा लिखिया। जेड़ा सिख रोज सोहला पढ़दा है, ਉਹਨੂੰ काजी डरा के की कह सकता मैं आरे नाल चीरांगा, तेनू देख चू पालांगा। वो कहते जेड़ी मौत तू मैनू चौंक चेते कराने, ये मौत मैं रात नू इस तरह गाउना जिवें विआह दे गीत गाईदे ने। तेरे लिए मौत डर है, मेरे लिए मौत इस तरह जिवें मैं विआह वास्ते तुरिया होया। ये खुशी संबत साहा लिखिया, मिलकर पावो तेल दियो सज्जन आसीसड़ियां ज्यों होवे साहिब शोमेल। कर कर एको पहुंचा सदड़े नित पवन, सदन खारा सिमरिया नानक से देहे आवन। तीजी मौत है वो किवें, क्या जाना किव मरेंगे, कैसा मरना होए।
जेकर साहिब मनो ना विसरै तां सहला मरना होए। अगलियां तुकां ने, मरने ते जगत डरै। केड़ा बंदा जिहड़ा मौत तो नहीं डरदा बई? हाँ, एक ब्रह्म ज्ञानी नहीं डरदा। मैं पिछे अर्ज करके आ, इन्ना तशद्दद कहन नूं सौखा है। आरा चला दिओ भाई, देग च बिठा के उत्तों ढक्कन दे दिओ। ठीक है, तस्वीरां वालियां ने भाई दयाला जी का चेहरा भी काले रंग का दाड़ा दिखाया, वो बजुर्ग सन ते उन्हां दा सिर देग चों बाहर नहीं सी, देग विच सिर दे के उत्तों ढक्कन नाल दब दिता सी कि पानी विच उबले ते दे सवास निकल। रूह च लपेट दिता। भाई सती दास जी कोई सहला थोड़ा है, दुनिया की नज़र च सहला नहीं। ते मैं शब्द वरतना पिया, मरना सहला होए? साहिब चेते आवे तां मैं उदाहरण दे के, कच्चा नारियल खरीदो ते ओनू तोड़ो, जदों ओदा छिलका छिलड़ टुटेगी, ओदी गरी नाल जरूर टुटेगी। इस तरह बनेगा, छिलके नाल गरी टुटेगी। जेड़ा नारियल पक जाए, ओदे छिलके नू तोड़ो पर गरी साबत दी साबत निकल आउंदी। कच्चे दी गरी नाल छिलके नाल क्यों टुट गई? क्योंकि कच्चा नारियल छिलड़ नाल अत दा नेह करके जुड़िया है, ते जेड़ा छिलके नाल जुड़िया है, जदों छिलका टुटेगा ओदा सिदक, ओदी गरी टुटेगी। ते जेड़ा शब्द दी कमाई करके शरीर विच अशरीरी हो गया, देह विच बदई हो गया, रहिंदा शरीर विच पर शरीर दी छिलड़ तो वख हो गया। वो कहंदा कमलिया तू चीर लै भावें उबाल ले, मेरा अंदर नहीं टुटना, क्योंकि मैं जिउंदे जी गई शरीर दे छिलके तो वख हो चुका। ये तेरा असर क्या जाना कि मरेंगे कैसा मरना होए। जेकर साहिब मनो ना विसरै तां सहला मरना होए। मरने ते जगत डरै, जीविया लोड़ा सब कोए। गुर प्रसादी जीवत मरै, हुक्मै बूझै सोए। नानक ऐसी मरनी जो मरै। आख है उथे कबीर साहब ने कहा, ऐसी मरनी जो मरै बौर ना मरना होए। गुरु अमरदास कहते ध्यान नाल सुन, नानक ऐसी मरनी जो मरै तां सद जीवन होए। जेड़ा इहो जी मौत मरिया, ओनू सदीव काली जीवन। वो जीवन कित्थों मिलिया? शब्द मरो फिर जीवो सादगी, तां फिर मरण ना होई। कबीर जां दिन खौम हुआ, मरण तो बाद क्यों पिया? कबीर जां दिन खौम हुआ, पाछै भया आनंद। मोहे मिलियो प्रभ अपना, संगी भजै गोबिंद। धन गुरु तेग बहादुर महाराज, उन्होंने हवेली विच कैद किया गया, पिंजरे विच बंद किया गया, नाल प्यारे सिख। क्योंकि भावें हर साल दास से जिक्र करता हुंदा है, पर मेरे मन च ऐद की इच्छा सी कि मैनू वक्त देन मैं गुरु शब्द की व्याख्या कर सका। साखी जरूर सुनो, मैं सुनांगा भी, समाप्ति ये ते करांगा। पर गुरसिखो, ये जिन्हां दी साखी करने आ, ये वो ने जिहड़े शब्द विचों पैदा होए, शब्द विचों उन्हां दा जन्म होया। खालसा तां जमी शब्द विचों। क्यों कहा जाता है कि तुसी गुरु गोबिंद सिंह दे नादी पुत्र हो। एक ने बिंदी पुत्र, चार साहिबजादे जिहड़े बिंद तो पैदा होए। खालसा जिन्ना नादी पुत्र, नाद दा अर्थ है शब्द। ये बाणी दे शब्द विचों जम्मिया। चेते रखियो, नाद विचों पैदा होया कदी खत्म नहीं हो सकता। धन गुरु तेग बहादुर महाराज चांदनी चौक विच आउंदे ने। रात भी मैं अर्ज करके हैं, मरी सारी दुनिया मर रही है, पर वो तीन ऐसे सिख मरे, मैं शब्द मरिया वरत्या है, जिन्हां दा मरना भी साडे वास्ते जिंदगी है, जीवन है। भाई मती दास, भाई सती दास, भाई दयाला जी, गुरु तेग बहादुर सच्चे पातशाह महाराज, लाला दौलत राय आर्या समाजी सी, साहिबे कमाल जिन्हां दी लिखी किताब पढ़ने, सवाने उमरी गुरु गोबिंद सिंह। उन्हें एक गल कही है, वो कहंदा अज तक असी एक मुहावरा वरतने हैं कि उल्टी गंगा बहा दी। पंजाबी च कहने उल्टी गंगा वहगी, पर कहंदा अज तक अर्थ नहीं समझ पाए उल्टी गंगा की हुंदी।
उल्टी गंगा का अर्थ पुट्ठा कर्म कर देन। पर वैसे बाणी विच जिस दिन बाबे नानक ने भाई लहणे नूं मत्था टेक के क्या अंगद बन गया, ते बाणी ने क्या हो रियो गंग वहायोन दुनियाई आखै के क्यों। बाबा सत्ता बलवान पुट्ठी गंगा वहा दी, की कर दिता बाबे ने, चेले दे पैरां च मत्था टेक दिता। आर्या समाजी दौलत राय लिखदा है कि आज तक ये तो सुना है कि कातिल मकतूल के पास जाए। दो शब्द ने, एक कातिल एक मकतूल। कातिल कहंदे ने कि जिन्हें मारना है, ते मकतूल कहंदे ने जिन्हों मारिया जाता है। यूं कह लवां कि मकतूल ने भाई मती दास, सती दास, भाई दयाला, गुरु तेग बहादुर, ते कातिल है जलालुद्दीन, काजी अब्दुल वाहब ते दरोगा अब्दुल्ला। ये सारे कातिल ने, सतगुरु मकतूल ने। आज तक ये तो सुना है कि कातिल मकतूल के पास जाए। आज तक ये तो सुने कि जिन्हें कत्ल करना है वो कत्ल होने वाले दे रस्ते विच पहुंचदा है, पर यह नहीं सुना कि मकतूल कातिल के पास चला जाए। फिर ध्यान नाल सुनियो, अज तक जिन्ना कत्ल करना हुंदा वो आप पहुंचते ने, पर अज तक यह नहीं सुनिया कि जिन्हें कत्ल होना है वो आवाज दे के कहे जाओ तुसी अपने घरां नूं जाओ, ते कुछ जाके औरंगजेब नूं कह दियो मैं दिल्ली वाल आ रहा, जे तेरे अंदर दी इच्छा है तो तू मैनू कत्ल कर सकना। कत्लगाह विच आप चल क्यों ना। आज तक ये तो सुना है कि कातिल मकतूल के पास जाए, ये नहीं कि मकतूल कातिल के पास जाए। ऐसा करके गुरु तेग बहादुर ने उल्टी गंगा बहा दी। आप मौत नूं वरन वास्ते आए, ते मैं बेनती करा परदे ढकण वाले ने मेरे गुरु तेग बहादुर। जिस दिन जन्म होया गुरु के महल अमृतसर, उथे गुरु तेग बहादुर खेडे ने, ते अमृत वेले दातार दा आगमन होया सी। मैं समाप्ति वाले पासे आउण लगा। पिता गुरु हरगोबिंद साहब ने आशा की वार दे कीर्तन तो बाद नव शिशु नवजात बच्चे नूं देखिया। साडा इतिहास कहंदा है 6वें गुरदेव दी ये 6वीं संतान सी। बाबा गुरदित्ता, बीबी वीरो जी, बाबा अटल राय जी, बाबा सूरजमल जी, बाबा अणी राय जी, ते 6वीं संतान गुरु तेग बहादुर जी। देखिया पुत्र नूं सी चुकाया। भाई बिधि चंद पुछदे ने ए की? दो शब्द कैसन बिधि चंद, संकट रशक। ए मेरा पुत्र दीन रशक, संकट हरन, सदा यही पहचान। मेरा पुत्र गरीबां दा रखक आया है, जिदे ते मुसीबत पै जाएगी ओदी मुसीबत नूं दूर करना है, ते सारा जीवन एदी यही पहचान रहेगी। गरीबां दी बांह पकड़ेगा ते लोकां दी मुसीबत अपने सिर ते लै लवेगा। सतगुरु गुरु तेग बहादुर साहब बचपन च विआह वेले बाबे गुरदित्ते दे विआह च बरात तुरी जांदी सी। किसे दा ध्यान किसे पासे, पर अपने तन दी पोशाक ला के सर्दी च ठरदे कोई बच्चे नूं पहना दिती। ते माता नानकी ने पुछया, लाल जी पुत्र इन्नी सोहनी पोशाक पाई। कहंदे ने मां मैं किसे दा नगेज नहीं देख सकता। बच्चे दा तन नगन सी, ठर रहा सी, मैं किसे दा नगेज नहीं देख सकता। सच एवे कि जिदन किसे दा नगेज देखिया उदन अपने तन दे कपड़े ला के ओदे तन दे नगेज नूं ढक दिता। जिदन हिंदुस्तान दे हिंदू धर्म दा नगेज देखन लगे उदन शरीर दी चादर बना के इनू ढक दिता। जे ये अज ढकिया होया ते गुरु तेग बहादुर करके सतगुरु गुरु तेग बहादुर महाराज उन्हां दे सन्मुख तिन्ना सिखां ने शहादत दा जाम पीता। एक दिन पहला तिन्ने सिख शहीद होए। जदों दो फाड़ शरीर दिसिया, उबलदा होया शरीर बाहर सटिया, अद्धा सड़िया ते अद्धा ना सड़िया। भाई सती दास डिग्या,
ते पिंजरे विचों 3 वारी आवाज आई, धन सिखी, धन सिखी। तीसरा शब्द क्या, धन सिखी। जदों पुछया ये शब्द क्यों कहे, ते मुस्करा के आखियो ने, इन्हां ने आरे नाल, तुसां आरे नाल चीरिया, देग विच उबालिया, रूंच साड़िया, धन सिखी तां क्या है कि अज मेरे सिख जो मैं पढ़ाया सी उन्होंने पास करके उच्ची पदवी ते पहुंच गए। अज ऐसी मरनी मरे ने कि जिहड़ी सद जीवन देंदी है, ऐसी मौत मरे ने जिहदे विचों जिंदगी निकलदी है। ते मैं बेनती करांगा गुरमुखो, असी उस चौरस्ते विचों निकलने, चौंक सी, कदी बॉडी 2 फाड़ सी। अज काजी दे थां ते किसी ने सिजदे नहीं कीते। ये बंगला साहिब भी बेनती करके आए, जलाद दे घर विच दीवा कदी नहीं बलदा देखिया। ते एक कोतवाली दरोगे दा घर किते है दिल्ली च, किते पता है किथे ने, नामो निशान मिट गए। जिन्हां नूं मिटाण आए वो मर के इहो जे जीवित होवे। सिखां ने उस चौंक उत्ते भी फुल्लां दे सेहरे चाड़ दिते जिथे उन्हां दा खून डुलिया सी। गुरु तेग बहादुर सच्चा पातशाह, आओ आपां सब ने जाना है, ये खिन खिन मर रहे हैं, पर शब्द नाल इहो जिहा जुड़िए कि मरना सहला हो जाए, सौखा हो जाए। इन्नियां को बेनतियां स्वीकार करियो। मेरे तो बोलदियां बेअंत बेअंत भुल्लां होईयां ने, किरपा करके बख्श देण। भाई साहब हर साल तुहाडे दर्शन करांदे ने, पर मैं एक बेनती करांगा, मैनू समा दिओ, क्योंकि मैं बाणी की कथा करनी चाहता। मेरी इच्छा गुरु तेग बहादुर साहब के जिहड़े तुसीं श्लोक पढ़ रहे सो, मैं कहना गुरु तेग बहादुर सच्चे पातशाह छड्डन तो शुरू करते हैं तो पकड़न ते गल मुकांदे। कहंदे मान नू छड्ड दे, नाम नू पकड़ ले। साधो मन का मान त्यागो, ये पहला शब्द है। ये अखीरला शब्द श्लोक है, राम नाम उर में गयो, जांकै सामने कोय, जे सिमरत संकट मिटै, दर्श तुहारो होए। सब दा धन्नवाद जी।